ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ। ਸ਼੍ਰੀ ਹਰਿਗੋਬਿੰਦ ਸੁਮਤ ਪਰਗਾਸਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ। ਵਿਨਾਸ਼ਨ ਸੋਏ। ਦੋਹਰਾ ਹੁਕਮ ਜਗ ਕਰ ਬੈਕੋ ਦੇਹੋ। ਅਨਕ ਆਹਾਰ ਸੰਗੰਦੇ ਪਿਓ। ਊਪ ਪੂਰ ਕਾ ਬਹੁ ਪਾਚਾ ਮ੍ਰਿਤ। ਬ੍ਰਿਤ ਸਾਧ ਬੋਲੇ ਪਟ ਚਿਤ ਕਿਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਕੱਲ੍ਹ ਆਪਾਂ ਸਰਵਣ ਕਰ ਰਹੇ ਸੀ ਕਿਸ ਤਰ੍ਹਾਂ ਜਦੋਂ ਕੇਸ਼ੋ ਦਾਸ ਦੇ ਬਹੁਤ ਸਾਰੇ ਮੰਤਰ ਪੜ੍ਹਨ 'ਤੇ ਹਵਨ ਕਰਨ 'ਤੇ 11 ਮਹੀਨਿਆਂ ਵਿੱਚ ਵੀ ਕੋਈ ਚੰਡੀ ਪ੍ਰਗਟ ਨਾ ਹੋਈ ਤੇ ਸਤਿਗੁਰਾਂ ਨੇ ਪੁੱਛਿਆ ਵੀ ਕੀ ਕਾਰਨ ਹੈ, ਕਿਉਂ ਨਹੀਂ ਪ੍ਰਗਟ ਹੁੰਦੀ? ਕਹਿੰਦਾ ਜੀ ਕੋਈ ਬਲੀ ਮੰਗਦੀ ਹੈ, ਕੋਈ ਧਰਮੀ ਹੋਵੇ ਜਿਹਨੂੰ ਧਰਮ ਬਹੁਤ ਪਿਆਰਾ ਹੋਵੇ ਉਹਦੀ ਬਲੀ ਦਿੱਤੀ ਜਾਵੇ, ਮਾਂ ਪਿਓ ਦਾ ਵੀ ਲਾਡਲਾ ਹੋਵੇ, ਛਤਰੀ ਹੋਵੇ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਉਹ ਬੰਦਾ ਵੀ ਹੈਗਾ ਤੇ ਆਪਾਂ ਉਹਦੀ ਬਲੀ ਦੇ ਦਿਆਂਗੇ, ਕੋਈ ਗੱਲ ਨਹੀਂ। ਕਹਿੰਦੇ ਜੀ ਉਹ ਕੌਣ ਹੈ? ਫਿਰ ਦੱਸੋ। ਕਹਿੰਦੇ ਉਹ ਤੂੰ ਹੀ ਆ, ਤੈਨੂੰ ਧਰਮ ਬਹੁਤ ਪਿਆਰਾ ਹੈ, ਤੂੰ ਵਦਾਂਤੀ ਹੈ, ਪੰਡਤਾਂ ਦੇ ਵਿੱਚ ਮੁਖੀ ਹੈ, ਸਾਰੇ ਤੈਨੂੰ ਕੇਸ਼ੋ ਦਾਸ ਪਈ ਹੁੰਦੀ ਹੈ ਕਾਸ਼ੀ ਦੇ ਵਿੱਚ, ਤੂੰ ਬਲੀ ਦੇ ਦੇ। ਤੇਰੇ ਬਲੀ ਦੇਣ ਦੇ ਨਾਲ ਜੇ ਭਾਰਤ ਦਾ ਧਰਮ ਬਚਦਾ, ਜ਼ੁਲਮ ਖਤਮ ਹੁੰਦਾ ਤੇ ਹੋਰ ਕੀ ਚਾਹੀਦਾ। ਤੇ ਪਰ ਇਹ ਫਿਰ ਘਬਰਾ ਗਿਆ ਤੇ ਘਬਰਾਇਆ ਹੋਇਆ ਕਹਿਣ ਲੱਗਿਆ ਜੀ 3 ਦਿਨ ਹੋਰ ਦੇਖ ਲੈਂਦੇ ਆ, ਨਹੀਂ ਤਾਂ ਫਿਰ ਮੈਂ ਬਲੀ ਦੇ ਦੇਵਾਂਗਾ। ਪਾਤਸ਼ਾਹ ਕਹਿੰਦੇ ਨਹੀਂ, ਤੂੰ ਕਹਿੰਦਾ ਸੀ ਅੱਜ ਸਵੇਰ 'ਚੋਂ ਪ੍ਰਗਟ ਹੋਣੀ ਆ ਤੇ ਫਿਰ ਬਲੀ ਦੇਣੀ ਪੈਣੀ ਆ ਹੁਣ ਤਾਂ। ਤੇ ਅਖੀਰ ਕੋਈ ਪਿਆਰਿਓ ਬਾਥਰੂਮ ਦਾ ਬਹਾਨਾ ਬਣਾ ਕੇ ਕਹਿੰਦਾ ਮੈਂ ਨਹਾ ਧੋ ਆਵਾਂ ਫਿਰ ਪਵਿੱਤਰ ਹੋ ਕੇ ਆ ਜਾਣਾ, ਤੇ ਮੁੜ ਕੇ ਗਿਆ ਨਹੀਂ ਗਾ। ਥੱਲੇ ਆ ਕੇ ਅਨੰਦਪੁਰ ਦੀਆਂ ਪਹਾੜੀਆਂ ਦੇ ਵਿੱਚ ਆਪਣਾ ਜਿੱਥੇ ਕਿਤੇ ਟਿਕਾਣਾ ਸੀ ਉੱਥੇ ਆ ਕੇ ਬਹਿ ਗਿਆ। ਤੇ ਮਗਰੋਂ ਸਤਿਗੁਰਾਂ ਨੇ ਸਾਰਾ ਸਾਜੋ ਸਮਾਨ ਉਸ ਹਵਨ ਕੁੰਡ ਵਿੱਚ ਸਿੱਟ ਕਰਕੇ ਸਾਰੀ ਸਮੱਗਰੀ, ਤੇ ਜਦੋਂ ਵੱਡੀ ਲਾਟ ਆਕਾਸ਼ਾਂ ਨੂੰ ਲੱਗੀ, ਮਣਾ ਮੋਹੀ ਸਮਾਨ ਨੂੰ ਜਦੋਂ ਘਿਓ ਦੇਸੀ ਅਤੇ ਹੋਰ ਵਸਤੂਆਂ ਇੱਕਦਮ ਅੱਗ ਵਿੱਚ ਪਾ ਦਿੱਤੀਆਂ ਤਾਂ ਬਹੁਤ ਵੱਡੀ ਲਾਟ ਪਹਾੜੀ 'ਤੇ ਨਿਕਲੀ ਤੇ ਜਿਸ ਦੇ ਨਾਲ ਸਾਰੇ ਪਹਾੜਾਂ ਵਿੱਚ ਚਾਨਣ ਹੋ ਗਿਆ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਮਿਆਨ ਵਿੱਚੋਂ ਹੀ ਸ੍ਰੀ ਸਾਹਿਬ ਕੱਢ ਕੇ ਕਿਹਾ ਕਿ ਆਹਾ ਹੀ ਚੰਡੀ ਹੈ। ਔਰ ਉਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਆਪ ਵੀ ਥੱਲੇ ਆ ਗਏ ਔਰ ਆ ਕਰਕੇ ਸ਼ਾਮਾਂ ਪੈ ਗਈਆਂ ਸੀਗੀਆਂ, ਕਿਸੇ ਨਾਲ ਗੱਲ ਨਹੀਂ ਕੀਤੀ, ਜਲ ਪਾਣੀ ਛਕਿਆ, ਆਰਾਮ ਕਰਦੇ ਆ। ਦੂਜੇ ਦਿਨ ਤੜਕੇ ਉੱਠ ਕੇ ਸਿੱਖ ਸੰਗਤਾਂ ਨੂੰ ਕਹਿੰਦੇ ਇੱਕ ਬਹੁਤ ਵੱਡਾ ਲੰਗਰ ਕਰਾਂਗੇ, ਜਗ ਕਰਾਂਗੇ, ਆਪਾਂ ਸੰਗਤਾਂ ਨੂੰ ਲੰਗਰ ਛਕਾਵਾਂਗੇ। ਕਾਰਜ ਪੂਰਾ ਹੋਇਆ।
ਕਾਰਜ ਪੂਰਾ ਹੋਣ ਦਾ ਮਤਲਬ ਇਹ ਨਹੀਂ ਕਿ ਕੋਈ ਚੰਡੀ ਦੇਵੀ, ਕੋਈ ਦੁਰਗਾ ਜਿਹੜੀ ਆ ਕੋਈ ਸ਼ੇਰ 'ਤੇ ਚੜ੍ਹ ਕੇ ਆ ਗਈ। ਜੋ ਮਕਸਦ ਸੀ ਸਤਿਗੁਰ ਦਾ ਕਿ ਦੁਨੀਆ ਵਿੱਚ ਜਿਹੜਾ ਭਰਮ ਪਾਇਆ ਹੋਇਆ ਸੀ ਕੋਈ ਦੇਵੀ ਦੇਵਤੇ ਸਾਡੀ ਮਦਦ ਕਰਦੇ ਹਨ, ਉਹ ਬਿਲਕੁਲ ਨਹੀਂ ਹੈ। ਇਹ ਸਭ ਭਰਮ ਸਨ, ਕਰਮਕਾਂਡ ਸਨ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਕਰਕੇ ਹੀ ਸੰਗਤ ਨੂੰ ਸ਼ਸਤਰ ਨਾਲ ਜੋੜਨ ਵਾਸਤੇ ਕੌਤਕ ਕੀਤਾ ਹੈ। ਕੌਤਕ ਪੂਰਾ ਹੋਇਆ, ਬਹੁਤ ਵੱਡਾ ਜੱਗ ਤਿਆਰ ਕੀਤਾ ਗਿਆ, ਮਤਲਬ ਲੰਗਰ ਤਿਆਰ ਕੀਤਾ ਗਿਆ। ਉਹ ਲੰਗਰ ਦੇ ਵਿੱਚ ਜਦ ਤਿਆਰ ਹੋ ਗਿਆ, ਅਰਦਾਸ ਬੇਨਤੀ ਕੀਤੀ, ਸਾਰੀਆਂ ਸੰਗਤਾਂ ਨੂੰ ਕਹਿੰਦੇ ਛਕਾ ਦਿਓ। ਸਾਰੀਆਂ ਸੰਗਤਾਂ ਨੇ ਲੰਗਰ ਛਕ ਲਿਆ। ਬਹੁਤ ਸਾਰਾ ਸੰਗਤਾਂ ਨੇ ਗਰੀਬ ਲੋਕਾਂ ਨੂੰ ਦਾਨ ਪੁੰਨ ਵੀ ਦਿੱਤਾ, ਮਾਇਆ ਵੀ ਵਰਤਾਈ। ਪਰ ਪੰਡਿਤ ਕੇਸ਼ਵ ਦਾਸ ਨੂੰ ਨਹੀਂ ਸੱਦਿਆ। ਅਤੇ ਗੁਰੂ ਪਿਆਰਿਓ, ਜਦੋਂ ਕੇਸ਼ਵ ਦਾਸ ਨੂੰ ਕਹਿੰਦੇ ਨਾ ਸੱਦਿਆ ਤਾਂ ਉਹ ਗੁੱਸੇ ਹੋ ਕੇ ਬਹਿ ਗਿਆ। ਹਾਂ ਮੈਨੂੰ ਪਹਿਲਾਂ ਕਿਉਂ ਨਹੀਂ ਸੱਦਿਆ? ਮੈਨੂੰ ਪਹਿਲਾਂ ਲੰਗਰ ਛਕਾਉਣਾ ਸੀਗਾ, ਪਹਿਲਾਂ ਮੈਨੂੰ ਭੋਗ ਲਵਾਉਣਾ ਸੀ, ਫਿਰ ਜਨਤਾ ਨੂੰ ਛਕਾਉਣਾ ਸੀਗਾ। ਇਹ ਗੁੱਸੇ ਹੋ ਗਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਇਹ ਲੰਗਰ ਚਲਾ ਕਰਕੇ ਫਿਰ ਇਸ ਨੂੰ ਸਾਧਦੇ ਆ। ਫਿਰ ਕੀ ਹੁੰਦਾ ਹੈ ਅੱਗੇ, ਇਹ ਵਿਚਾਰ ਅੱਜ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਹੁਕਮ ਜਗ ਕਰਵੇ ਕੋ ਦਿਓ, ਅਨਕ ਆਹਾਰ ਸਨ ਗੰਦੇ ਪਿਓ। ਦੂਸਰੇ ਦਿਨ ਸਤਿਗੁਰਾਂ ਨੇ ਫਿਰ ਬਹੁਤ ਵੱਡਾ ਲੰਗਰ ਤਿਆਰ ਕਰਵਾਇਆ, ਜਿਹਦੇ ਵਿੱਚ ਸਨਿਗਧ ਹੁੰਦੇ ਆ ਘਿਓ ਦੇ ਵਿੱਚ, ਦੇਸੀ ਘਿਓ ਦੇ ਵਿੱਚ ਪੂੜੀਆਂ, ਪੂੜੇ, ਕੜਾਹ ਪ੍ਰਸ਼ਾਦ, ਚੌਲ ਆਦਿ ਤਿਆਰ ਹੋਏ ਹਨ। ਉਪਪੁਰ ਕਾ ਬਹੁ ਪੰਚਾਮ੍ਰਿਤ, ਬਿਪ ਸਾਧ ਬੋਲੇ ਪਠ ਜਿਤ ਕਿਤ। ਔਰ ਜੋ ਵੀ ਉੱਥੇ ਨੇੜੇ ਸਨ, ਪੰਡਿਤ, ਸਾਧ, ਸਿੱਖ ਸੰਗਤਾਂ, ਗੁਰੂ ਕੇ ਸਿੱਖ, ਸਾਰਿਆਂ ਨੂੰ ਆਵਾਜ਼ ਮਾਰੀ ਹੈ। ਮਨ ਭਾਵਤ ਭੋਜਨ ਕੋ ਖਾਇਓ, ਅਦਿਕ ਦਾਨ ਸਭਹੀਨ ਕੋ ਪਾਇਓ। ਔਰ ਸਤਿਗੁਰਾਂ ਨੇ ਇਹ ਵੀ ਭਰਮ ਕੱਢ ਦਿੱਤਾ ਹੈ ਅੱਜ ਸਿੱਖ ਸੰਗਤਾਂ ਦੇ ਵਿੱਚੋਂ ਕਿ ਕਿਸੇ ਬ੍ਰਾਹਮਣ ਨੂੰ ਪਹਿਲਾਂ ਸੱਦ ਕੇ ਛਕਾਉਣਾ ਹੈ। ਬਿਲਕੁਲ ਨਹੀਂ। ਗੁਰੂ ਨਾਨਕ ਦੇ ਘਰ ਵਿੱਚ ਇਸ ਗੁਰੂ ਪਿਆਰਿਓ ਦੂਈ ਦਵਾਇਤ ਨੂੰ ਹੀ ਤਾਂ ਖਤਮ ਕਰਨਾ ਸੀਗਾ ਸਤਿਗੁਰਾਂ ਨੇ। ਜਿਵੇਂ ਤੀਜੇ ਪਾਤਸ਼ਾਹ ਜੀ ਨੇ ਵੀ ਇਹ ਪਿਰਤ ਪਾਈ ਕਿ ਜਿਹੜਾ ਮੇਰੇ ਦਰਸ਼ਨ ਕਰਨ ਆਵੇ ਪਹਿਲਾਂ ਲੰਗਰ 'ਚੋਂ ਪ੍ਰਸ਼ਾਦਾ ਛਕੇ। ਅਤੇ ਉੱਥੇ ਚਾਹੇ ਬਾਦਸ਼ਾਹ ਅਕਬਰ ਆਇਆ ਅਤੇ ਚਾਹੇ ਕੋਈ ਗਰੀਬ ਸਿੱਖ ਆਇਆ, ਕੋਈ ਵੀ ਆਇਆ, ਗੁਰੂ ਘਰ ਦੇ ਵਿੱਚ ਤਾਂ ਜਾਤ ਪਾਤ ਹੈ ਹੀ ਨਹੀਂ ਗੀ, ਕੋਈ ਵੀ ਆਇਆ ਉਸੇ ਨੂੰ ਪ੍ਰਸ਼ਾਦਾ ਛਕਾ ਕੇ ਫਿਰ ਅੰਦਰ ਜਾਣ ਦਿੱਤਾ ਗਿਆ। ਅਤੇ ਉਸੇ ਮਰਜ਼ਾਦਾ ਨੂੰ ਸਤਿਗੁਰ ਨੇ ਹੁਣ ਪੱਕੇ ਤੌਰ 'ਤੇ ਹੀ ਲਾਗੂ ਕਰਨਾ ਹੈ। ਤਾਂ ਸਾਰਿਆਂ ਨੂੰ ਇੱਕਦਮ ਸੱਦਾ ਦੇਤਾ, ਜੋ ਵੀ ਹੈ ਛੋਟੇ ਵੱਡੇ ਸਾਰਿਆਂ ਨੂੰ ਸੱਦਾ ਦੇ ਕੇ ਖੁੱਲ੍ਹਾ ਲੰਗਰ ਛਕਾਉਣਾ ਕੀਤਾ ਹੈ ਜੀ। ਇੱਕ ਉਦਾਰਤਾ ਗੁਰੂ ਉਰ ਕੀਰੀ, ਬਿਸਮੁਖ ਬੇਰ ਸੁਮੇਰ ਬਡੇਰੀ। ਔਰ ਸਤਿਗੁਰਾਂ ਦੀ ਦਿਆਲਤਾ, ਸਤਿਗੁਰ ਦੇ ਖਜ਼ਾਨੇ ਦੇਖ ਕੇ ਤਾਂ ਕਹਿੰਦੇ ਕੁਬੇਰ ਜੋ ਖਜ਼ਾਨਿਆਂ ਦਾ ਮਾਲਕ ਹੈ ਉਹ ਵੀ ਹੈਰਾਨ ਹੋ ਗਿਆ ਵੀ ਇੰਨਾ ਖੁੱਲ੍ਹਾ ਵੰਡਿਆ, ਭਾਵ ਲੰਗਰ ਚਲਾਇਆ ਔਰ ਗਰੀਬਾਂ ਨੂੰ ਮਾਇਆ, ਬਸਤਰ, ਵਸਤੂਆਂ, ਪਤਾ ਨਹੀਂ ਕਿੰਨਾ ਕੁਝ ਉਸ ਦਿਨ ਵੰਡਿਆ ਗਿਆ ਹੈ ਜੀ। ਜੇ ਰੁਕ ਕਾਰਿੰਦ ਕੋ ਬਲ ਤਰੈ, ਹਮਕੋ ਲੱਟ ਬਾਟ ਕੋ ਪਕੜੈ। ਔਰ ਕੁਬੇਰ ਵੀ ਲਲਚਾਉਂਦਾ ਕਿਤੇ ਗੁਰੂ ਸਾਹਿਬ ਦੀ ਨਿਗਾਹ ਸਾਡੇ ਤੇ ਪੈ ਜਾਵੇ, ਸਾਨੂੰ ਵੀ ਆਪਣੇ ਖਜ਼ਾਨੇ ਚੋਂ ਦੇ ਦੇਵੇ। ਰਿਦ ਅਸ਼ਰਫੀ ਕਨੇ ਰਾਜਤ ਬਨ, ਜਾਚਕ ਕਰੇ ਨਿਹਾਲ ਅਣਕ ਗਨ। ਸਤਿਗੁਰਾਂ ਨੇ ਬਹੁਤ ਸਾਰੀਆਂ ਅਸ਼ਰਫੀਆਂ, ਸੋਨੇ ਦੀਆਂ ਮੋਹਰਾਂ ਤੇ ਚਾਂਦੀ ਦੇ ਰੁਪਈਏ ਗਰੀਬ ਲੋਕਾਂ ਨੂੰ ਵੰਡ ਕਰਕੇ ਉਹਨਾਂ ਦੀ ਗਰੀਬੀ ਦੂਰ ਕੀਤੀ ਹੈ। ਦਾਨ ਦੇਖ ਬਿਸਮਤ ਨਰ ਨਾਰੀ, ਪਿਓ ਕੁਲਾਹਲ ਪੁਰ ਮਹਿ ਭਾਰੀ। ਸਤਿਗੁਰਾਂ ਦਾ ਇਦਾਂ ਦਾਤਾਂ ਵੰਡਣੀਆਂ ਦੇਖ ਕੇ ਪਿੰਡ ਵਿੱਚ ਰੌਲਾ ਪੈ ਗਿਆ ਅਨੰਦਪੁਰ ਸਾਹਿਬ ਦੇ ਵਿੱਚ ਵੀ ਸਤਿਗੁਰੂ ਇੰਨਾ ਕਿੱਥੋਂ ਵੰਡੀ ਜਾਂਦੇ ਹੈ। ਇਹ ਤਾਂ ਉਹਨਾਂ ਦੇ ਹੱਥ ਦੀ ਖੇਡ ਹੈ ਗੁਰੂ ਪਿਆਰਿਓ। ਜੇ ਚਾਹਣ ਤਾਂ ਕਿਣਕੇ ਤੋਂ ਪਹਾੜ ਤੇ ਪਹਾੜ ਤੋਂ ਕਿਣਕਾ ਬਣਾ ਦੇਣ। ਇਸ ਕਰਕੇ ਆਨੰਦਪੁਰ ਦੀਆਂ ਸੰਗਤਾਂ ਵੀ ਹੈਰਾਨ ਹੈ ਵੀ ਇੰਨੀ ਮਾਇਆ ਸਤਿਗੁਰਾਂ ਨੇ ਵੰਡ ਦਿੱਤੀ ਅੱਜ। ਜਿਜ ਕੇਸ਼ਵ ਤਬ ਨਹੀਂ ਬੁਲਾਇਓ, ਬਿਦਤਨ ਸਮੇਂ ਜੋ ਉੱਠ ਕਰ ਆਇਓ। ਔਰ ਜਿਸ ਵੇਲੇ ਲੰਗਰ ਛਕਾਇਆ ਜਾ ਰਿਹਾ ਸੀਗਾ ਉਹਦੇ ਵਿੱਚ ਕੇਸ਼ਵ ਨੂੰ ਨਹੀਂ ਸੱਦਿਆ ਗਿਆ, ਜਿਹੜਾ ਕਿ ਦੇਵੀ ਪ੍ਰਗਟ ਹੋਣ ਤੋਂ ਪਹਿਲਾਂ ਹੀ ਭੱਜਿਆ ਆਇਆ ਬਹਾਨਾ ਬਣਾ ਕੇ। ਜਦੋਂ ਸਤਿਗੁਰ ਨੇ ਕਿਹਾ ਤੇਰਾ ਨਾ ਕਿਤੇ ਬਲੀ ਦੇ ਦਈਏ, ਹੁਣ ਆਪਾਂ ਫਿਰ ਭਾਰਤ ਵਿੱਚੋਂ ਜ਼ੁਲਮ ਦੂਰ ਕਰਨਾ ਹੈ, ਅਸੀਂ ਆਪਣੇ ਪਿਤਾ ਦੀ ਬਲੀ ਵੀ ਦਿੱਤੀ ਹੈ ਦਿੱਲੀ ਦੇ ਵਿੱਚ, ਭੇਜਿਆ ਉਹਨਾਂ ਨੂੰ ਰੰਗੇ ਨੂੰ ਰੋਕਣ ਵਾਸਤੇ ਤਾਂ ਕਿ ਭਾਰਤ ਦੇ ਉੱਤੇ ਜ਼ੁਲਮ ਖਤਮ ਹੋ ਜਾਵੇ। ਅਸੀਂ ਇਹ ਜ਼ੁਲਮ ਦੀਆਂ ਜੜ੍ਹਾਂ ਪੱਟਣੀਆਂ ਚਾਹੁੰਦੇ ਹਾਂ।
ਜੇ ਤੂੰ ਕਹਿਣਾ ਕਿ ਦੇਵੀ ਦੁਰਗਾ ਜਾਂ ਕੋਈ ਵੀ ਚੰਡੀ ਹੈ ਉਹ ਬਲੀ ਲੈ ਕੇ ਪ੍ਰਗਟ ਹੋਵੇਗੀ, ਤੇ ਤੂੰ ਕਹਿਣਾ ਬਹੁਤ ਲਾਡਲਾ ਹੋਵੇ, ਧਰਮੀ ਹੋਵੇ, ਤੇ ਫਿਰ ਤੂੰ ਸਭ ਤੋਂ ਲਾਡਲਾ ਵੀ ਹੈ ਧਰਮ ਦਾ, ਤੈਨੂੰ ਧਰਮ ਬਹੁਤ ਪਿਆਰਾ ਹੈ ਤੇ ਦੁਨੀਆ ਤੈਨੂੰ ਬੜਾ ਪਿਆਰ ਕਰਦੀ ਹੈ, ਤੇ ਇਸ ਕਰਕੇ ਤੇਰੀ ਬਲੀ ਦੇਵਾਂਗੇ। ਫਿਰ ਕੇਸ਼ਵ ਦਾਸ ਕਹਿੰਦਾ ਬ੍ਰਹਮ ਹੱਤਿਆ ਲੱਗਦੀ ਹੈ। ਕੀ ਗੱਲ ਵੀ ਬ੍ਰਾਹਮਣ ਨੂੰ ਮਾਰ ਕੇ ਬ੍ਰਹਮ ਹੱਤਿਆ ਲੱਗਦੀ ਹੈ, ਦੂਜੇ ਬੰਦੇ ਨਹੀਂ ਹੈਗੇ, ਕੋਈ ਸਤਨਾਮ ਦੂਜੇ ਮਨੁੱਖ ਨਹੀਂ ਹੈਗੇ। ਬਾਦਸ਼ਾਹ ਕਹਿੰਦੇ ਕਲਯੁਗ ਦੇ ਵਿੱਚ ਕੋਈ ਬ੍ਰਹਮ ਹੱਤਿਆ ਨਹੀਂ ਲੱਗਦੀ, ਜਿਹੜਾ ਮਰਜ਼ੀ ਬੰਦਾ ਮਾਰ ਦਿਓ, ਆਪਾਂ ਤੇਰੀ ਬਲੀ ਦੇ ਦਿੰਦੇ ਹਾਂ। ਹੁਣ ਇਹ ਭੱਜ ਨਹੀਂ ਸਕਦਾ ਕਿਸੇ ਪਾਸੇ ਨਿਕਲ ਕੇ। ਪਾਤਸ਼ਾਹ ਜੀ ਨੂੰ ਕਹਿਣ ਲੱਗਿਆ ਚੰਗਾ ਜੀ, ਫਿਰ ਮੈਂ ਪਵਿੱਤਰ ਹੋਇਆ ਵਾਂ, ਨਹਾ ਧੋਇਆ ਵਾਂ, ਬਾਥਰੂਮ ਜਾ ਆਵਾਂ। ਬਾਦਸ਼ਾਹ ਨੂੰ ਪਤਾ ਲੱਗਿਆ ਵੀ ਹੁਣ ਇਹ ਭੱਜੂਗਾ, ਤੇ ਅਖੀਰ ਬਹਾਨਾ ਬਣਾ ਕੇ ਭੱਜਿਆ ਆਇਆ ਸੀ। ਤੇ ਮਗਰੋਂ ਪਾਤਸ਼ਾਹ ਨੇ ਸਾਰਾ ਰਾਸ਼ਨ ਕੁੰਡ ਵਿੱਚ ਸਿੱਟ ਕੇ, ਵੱਡੀ ਲਾਟ ਜਦ ਨਿਕਲੀ, ਲੋਕਾਂ ਦੀਆਂ ਅੱਖਾਂ ਬੰਦ ਹੋ ਗਈਆਂ, ਚੁੰਦਿਆ ਗਈਆਂ, ਇੰਨਾ ਚਾਨਣ ਪ੍ਰਕਾਸ਼ ਹੋਇਆ, ਤੇ ਸਤਿਗੁਰਾਂ ਨੇ ਆਪਣੀ ਤਲਵਾਰ ਕੱਢ ਕੇ ਮਿਆਨ ਦੇ ਵਿੱਚੋਂ ਕਿਹਾ ਇਹੋ ਹੀ ਚੰਡੀ ਹੈ, ਇਸ ਤੋਂ ਉੱਤੇ ਕੋਈ ਚੰਡੀ ਨਹੀਂ ਹੈਗੀ। ਉਸ ਵੇਲੇ ਇਹ ਪੰਡਿਤ ਕੇਸ਼ਵ ਦਾਸ ਪਹਿਲਾਂ ਹੀ ਭੱਜਿਆ ਆਇਆ ਸੀ ਬਹਾਨਾ ਬਣਾ ਕੇ, ਤੇ ਹੁਣ ਸਤਿਗੁਰਾਂ ਨੇ ਇਹਨੂੰ ਲੰਗਰ ਦੇ ਵਿੱਚ ਪਹਿਲ ਨਹੀਂ ਦਿੱਤੀ, ਨਹੀਂ ਸੱਦਿਆ ਜੀ। ਹੁਣ ਜਿੱਥੇ ਕਿਤੇ ਬੈਠਾ ਆਪਣੇ ਤੰਬੂ ਦੇ ਵਿੱਚ, ਜਾਂ ਜਿੱਥੇ ਵੀ ਅਨੰਦਪੁਰ ਦੇ ਵਿੱਚ ਬੈਠਾ ਕਿਤੇ, ਇਹਨੇ ਬੜਾ ਗੁੱਸਾ ਕੀਤਾ ਬਈ ਅਸੀਂ ਪੰਡਿਤ, ਸਾਨੂੰ ਦੁਨੀਆ ਪਹਿਲਾਂ ਪ੍ਰਸ਼ਾਦਾ ਛਕਾਉਂਦੀ ਆ ਬੁਲਾ ਕੇ, ਤੇ ਮੈਨੂੰ ਕਿਉਂ ਨਹੀਂ ਪ੍ਰਸ਼ਾਦਾ ਪਹਿਲਾਂ ਛਕਾਇਆ ਜੱਗ ਦੇ ਵਿੱਚ, ਬਲਕਿ ਮੈਨੂੰ ਯਾਦ ਹੀ ਨਹੀਂ ਕੀਤਾ, ਤੇ ਪਹਿਲਾਂ ਹੀ ਸਾਰੇ ਊਚ ਨੀਚ ਸਿੱਖਾਂ ਨੂੰ ਪ੍ਰਸ਼ਾਦਾ ਛਕਾ ਦਿੱਤਾ ਹੈ। ਜਾਨੀ ਜਾਨ ਸਤਿਗੁਰੂ ਵੀ ਜਾਣਦੇ ਆ ਕਿ ਹੁਣ ਇਹ ਗੁੱਸਾ ਕਰੀ ਬੈਠਾ ਹੈ ਬਈ ਮੈਨੂੰ ਪਹਿਲਾਂ ਕਿਉਂ ਨਹੀਂ ਛਕਾਇਆ, ਅਸੀਂ ਬ੍ਰਾਹਮਣ ਹੁੰਦੇ ਹਾਂ। ਅੱਜ ਤਾਂ ਗੁਰੂ ਪਿਆਰਿਓ ਅਸੀਂ ਦੇਖਦੇ ਹਾਂ, ਹੁਣ ਗੁਰੂ ਕਿਰਪਾ ਸਦਕਾ ਲੋਕ ਸਿਆਣੇ ਹੋ ਰਹੇ ਨੇ, ਇਹਨਾਂ ਦੇ ਚੁੰਗਲ ਚੋਂ ਨਿਕਲ ਰਹੇ ਨੇ, ਨਹੀਂ ਤਾਂ ਬੱਚੇ ਦੇ ਜਨਮ ਤੋਂ ਲੈ ਕੇ ਬੁੱਢਾ ਹੋ ਕੇ ਮਰਨੇ ਤੱਕ ਇਹਨਾਂ ਨੇ ਆਪਣੀ ਮੁਖੀਪਣਾ ਰੱਖਿਆ ਹੋਇਆ ਸੀਗਾ। ਪਹਿਲਾਂ ਬ੍ਰਾਹਮਣਾਂ ਨੂੰ ਸੱਦਿਆ ਜਾਂਦਾ, ਤੇ ਸਤਿਗੁਰਾਂ ਨੇ ਅੱਜ ਇਹਨਾਂ ਦਾ ਵੀ ਜਿਹੜਾ ਜੋੜਾ ਸੀ ਜਨਤਾ ਦੇ ਸਿਰ ਤੇ ਗੁਲਾਮੀ ਦਾ, ਬ੍ਰਾਹਮਣਾਂ ਦੀ ਗੁਲਾਮੀ ਦਾ, ਇਹ ਵੀ ਸਿੱਖਾਂ ਦੇ ਸਿਰ ਤੋਂ ਲਾ ਦਿੱਤਾ ਹੈ। ਪਾਤਸ਼ਾਹ ਨੂੰ ਪਤਾ ਲੱਗਿਆ ਵੀ ਬ੍ਰਾਹਮਣ ਗੁੱਸੇ ਹੋ ਗਿਆ ਹੈ, ਤਾਂ ਆਨੰਦ ਚੰਦ ਆਪਣੇ ਸੇਵਕ ਸਿੱਖ ਨੂੰ ਕਹਿਣ ਲੱਗੇ ਜੀ, ਪੰਡਿਤ ਕੋ ਅਹੰਕਾਰੀ ਅਸ ਕੋ ਬਿਸਰ ਕਿਉ ਤਿਸ ਬਾਰੀ। ਕਹਿੰਦੇ ਜਾ ਹੁਣ ਸੱਦ ਕੇ ਲਿਆ ਕੇਸ਼ਵ ਦਾਸ ਨੂੰ, ਕਿਉਂਕਿ ਉਹਨੂੰ ਦੱਸਣਾ ਸੀਗਾ ਵੀ ਅਸੀਂ ਕਿਸੇ ਦੇ ਮਤਹਿਤ ਨਹੀਂ, ਕਿਸੇ ਦੇ ਗੁਲਾਮ ਨਹੀਂ ਆ, ਅਸੀਂ ਉਹ ਪੰਥ ਚਲਾਉਣਾ ਜਿਹੜਾ ਆਜ਼ਾਦ ਹੋਵੇ। ਇਸ ਕਰਕੇ ਆਨੰਦ ਚੰਦ ਨੂੰ ਕਹਿੰਦੇ ਜਾ ਹੁਣ ਸੱਦ ਕੇ ਲਿਆ ਕੇਸ਼ਵ ਦਾਸ ਨੂੰ। ਸੁਣ ਕਰ ਹੁਕਮ ਗੁਰੂ ਕੋ ਐਸੇ ਤੈ ਗਮ ਨਿਉ ਜੈ ਪੰਡਿਤ ਵੈਸੇ। ਉਸੇ ਵੇਲੇ ਗੁਰੂ ਪਿਆਰਿਓ ਭਾਈ ਆਨੰਦ ਚੰਦ ਜੀ ਮੁਨੀਮ, ਆਪਣਾ ਸਤਿਗੁਰਾਂ ਦਾ ਮੁਨੀਮ ਹੈ, ਇਹ ਮੋਹਰੀ ਹੈ, ਮੁਖੀ ਹੈ ਗੁਰੂ ਘਰ ਦਾ। ਇਹ ਗਿਆ ਜਿੱਥੇ ਪੰਡਿਤ ਕੇਸ਼ਵ ਦਾਸ ਤੇ ਬਾਕੀ ਪੰਡਿਤ ਬੈਠੇ ਸਨ। ਜਾ ਕੇ ਕਹਿਣ ਲੱਗਿਆ ਕੇਸ਼ਵ ਦਾਸ ਜੀ ਤੁਹਾਨੂੰ ਗੁਰੂ ਸਾਹਿਬ ਨੇ ਬੁਲਾਇਆ ਹੈ, ਚੱਲੋ ਨਾਲੇ ਲੰਗਰ ਛਕ ਲਓ ਤੇ ਨਾਲੇ ਆਪਣੀ ਦਕਸ਼ਨਾ ਲੈ ਲਓ ਜੀ। ਪੰਡਿਤ ਕਹਿੰਦਾ ਮੈਂ ਨਹੀਂ ਜਾਂਦਾ ਹੁਣ, ਨਾ ਮੈਂ ਲੰਗਰ ਛਕਾਂ ਤੇ ਨਾ ਮੈਂ ਕੁਝ ਲਵਾਂ ਇਹਨਾਂ ਤੋਂ। ਉਹਨਾਂ ਨੇ ਪਹਿਲਾਂ ਹੀ ਸਾਰੇ ਊਚ ਨੀਚ ਸਿੱਖਾਂ ਨੂੰ, ਸਾਧਾਂ ਨੂੰ, ਰਲਿਆ ਮਿਲਿਆਂ ਨੂੰ ਬਿਠਾ ਕਰਕੇ ਲੰਗਰ ਛਕਾ ਦਿੱਤਾ ਹੈ। ਕਹਿੰਦਾ ਹੁਣ ਮੈਂ ਨਹੀਂ ਛਕਦਾਗਾ, ਮੈਨੂੰ ਮਗਰੋਂ ਸੱਦਿਆ, ਪਹਿਲਾਂ ਕਿਉਂ ਨਹੀਂ ਸੱਦਿਆ ਮੈਨੂੰ। ਇਹ ਤਾਂ ਬਹੁਤ ਪੁੱਠੀ ਗੱਲ ਹੈ, ਵਿਪਰੀਤ ਉਲਟੀ ਗੱਲ ਹੈ। ਮੈਂ ਮੁਖੀ ਸੀ, ਬ੍ਰਾਹਮਣਾਂ ਵਿੱਚ ਵੱਡਾ ਸੀਗਾ, ਮੈਨੂੰ ਪਹਿਲਾਂ ਪ੍ਰਸ਼ਾਦਾ ਛਕਾਉਣਾ ਸੀ, ਫਿਰ ਕਿਸੇ ਨੂੰ ਛਕਾਉਣਾ ਸੀਗਾ, ਮੈਨੂੰ ਵਿੱਚ ਕਿਉਂ ਨਹੀਂ ਸੱਦਿਆ, ਪਹਿਲਾਂ ਮੇਰੀ ਖਬਰ ਕਿਉਂ ਨਹੀਂ ਲਈ। ਇਸ ਕਰਕੇ ਮੈਂ ਹੁਣ ਨਹੀਂ ਖਾਣਾ ਪ੍ਰਸ਼ਾਦਾ, ਮੈਂ ਨਹੀਂ ਜਾਂਦਾਗਾ। ਇਸ ਤਰ੍ਹਾਂ ਇਸ ਬ੍ਰਾਹਮਣ ਨੇ ਆ ਕਰਕੇ ਜਦੋਂ ਆਨੰਦ ਚੰਦ ਨੂੰ ਇਹ ਜਵਾਬ ਦੇ ਦਿੱਤਾ ਹੈ, ਇੱਥੇ ਫਿਰ ਕਹਿੰਦਾ ਬ੍ਰਾਹਮਣ ਕੇਸ਼ਵ ਦਾਸ ਸਾਡੇ ਕਰਮ ਚੰਗੇ, ਅਸੀਂ ਸਭ ਤੋਂ ਵੱਡੇ ਹਾਂ, ਅਸੀਂ ਮੁਖੀ ਹਾਂ, ਸਾਰੀ ਦੁਨੀਆ ਸਾਨੂੰ ਮੰਨਦੀ ਹੈ। ਹਰ ਵਿਆਹ ਪਰਨੇ ਦੇ ਵਿੱਚ
ਮਰਨੇ ਪਰਨੇ ਦੇ ਵਿੱਚ ਸਾਨੂੰ ਪਹਿਲਾਂ ਦਾਨ ਦਛਨਾ ਦਿੰਦੇ ਆ, ਸਾਥੋਂ ਕੰਮ ਸ਼ੁਰੂ ਕਰਾਉਂਦੇ ਆ। ਇਹ ਚੰਗਾ ਨਹੀਂ ਕੀਤਾ। ਇਹ ਪੰਡਤ ਉਦੋਂ ਵੀ ਗੁੱਸੇ ਹੋਏ ਜਦੋਂ ਬਾਬੇ ਨਾਨਕ ਨੇ ਮੂਲ ਮੰਤਰ ਜਾਂ ਸ਼ਬਦ ਦੀਆਂ ਪ੍ਰਕਰਮਾਂ ਕਰਕੇ ਸ਼ਾਦੀ ਕਰਾਈ ਬਟਾਲਾ ਸਾਹਿਬ ਦੇ ਵਿੱਚ। ਉਦੋਂ ਵੀ ਇਹਨਾਂ ਨੇ ਬਹਾਨਾ ਬਣਾਇਆ ਕੰਧ ਸਿੱਟਣ ਦਾ। ਜਦੋਂ ਮਾਤਾ ਨੇ ਕਿਹਾ ਪੁੱਤ ਆ ਕੰਧ ਡਿੱਗਣ ਵਾਲੀ ਆ, ਆ ਪਾਸੇ ਕਰ ਲਓ ਇੱਥੋਂ, ਜਿਵੇਂ ਬਰਾਤੀ ਬਹਿ ਜਾਂਦੇ ਆ ਮੰਜੇ ਡਾਹ ਕੇ ਕੰਧ ਦੇ ਕੋਲ ਮੰਜਾ ਡਾਹ ਲਿਆ। ਤਾਂ ਗੁਰੂ ਪਿਆਰੇ ਉੱਥੇ ਸਾਖੀ ਬਣਾ ਦਿੱਤੀ ਹੈ ਕਿ ਕੁੜੀਆਂ ਨੇ ਮਜ਼ਾਕ ਕਰਨਾ ਸੀ, ਨਹੀਂ ਇਹ ਇਹਨਾਂ ਦੀ ਹੀ ਸਿਆਸਤ ਸੀ ਕਿ ਗੁਰੂ ਸਾਹਿਬ ਨੇ ਪੰਡਤਾਂ ਨੂੰ ਸੱਦ ਕੇ ਅੱਗ ਦੇ ਫੇਰੇ ਕਿਉਂ ਨਹੀਂ ਲਏ। ਕਹੋ ਸਤਨਾਮ ਬਾਬੇ ਨਾਨਕ ਜੀ ਨੇ। ਤੇ ਇੱਕ ਬੁੱਢੀ ਮਾਈ ਆਈ ਤੇ ਉਹ ਕਹਿਣ ਲੱਗੀ ਪੁੱਤ ਇਹ ਮੰਜਾ ਕੰਧ ਕੋਲੋਂ ਪਾਸੇ ਕਰ ਲਓ। ਕਹਿੰਦੇ ਕਿਉਂ ਮਾਤਾ? ਉੱਤੇ ਕੰਧ ਖੁਰੀ ਪਈ ਹੈ, ਉੱਤੇ ਨਾ ਡਿੱਗ ਪਏ ਕਿਤੇ ਕੋਈ ਕੁੜੀਆਂ ਚਿੜੀਆਂ ਤੁਹਾਡੇ ਤੇ ਸਿੱਟ ਦੇਣ। ਤੇ ਪਾਤਸ਼ਾਹ ਕੰਧ ਵੱਲ ਦੇਖ ਕੇ ਕਹਿਣ ਲੱਗੇ ਮਾਤਾ ਇਹ ਕੰਧ ਹੁਣ 4 ਜੁਗਣੀ ਡਿੱਗਦੀ, ਉਹ ਨਿਸ਼ਾਨੀ ਉਹਨਾਂ ਦੀ ਸ਼ਾਦੀ ਦੀ ਹਲੇ ਤੱਕ ਉੱਥੇ ਖੜੀ ਹੈ। ਉਦੋਂ ਬਾਅਦ ਵੀ ਕਈ ਵਾਰੀ ਇਹਨਾਂ ਲੋਕਾਂ ਨੇ, ਬ੍ਰਾਹਮਣਾਂ ਨੇ, ਈਰਖਾਵਾਦੀਆਂ ਨੇ, ਵਿਪਰਾਂ ਨੇ ਕਈ ਵਾਰੀ ਗੁਰੂ ਘਰ ਤੇ ਹਮਲਾ ਕੀਤਾ, ਕਈ ਵਾਰੀ ਗੁਰੂ ਘਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਗੁਰੂ ਅਮਰਦਾਸ ਜੀ ਤੇ ਕੇਸ ਕੀਤਾ ਤੇ ਗੁਰੂ ਪਿਆਰਿਓ ਅਕਬਰ ਦੇ ਕੋਲ ਫਿਰ ਜੇਠਾ ਜੀ ਗਏ ਤੇ ਉਹਨਾਂ ਨੇ ਜਾ ਕੇ ਉੱਥੇ ਤਰੀਕ ਭੁਗਤੀ ਤੇ ਜਿੱਤ ਕੇ ਆਏ। ਉੱਥੇ ਅਮਰਦਾਸ ਜੀ ਨੇ ਉੱਤੇ ਕੀ ਕੇਸ ਕੀਤਾ ਹੈ ਕਿ ਇਹਨਾਂ ਨੇ ਨਵੀਂ ਬਾਣੀ ਰਚਨੀ ਸ਼ੁਰੂ ਕੀਤੀ ਹੋਈ ਹੈ, ਨਵੀਆਂ ਪਿਰਤਾਂ ਪਾਤੀਆਂ। ਅਸੀਂ 4 ਵੰਡੀਆਂ ਪਾਈਆਂ ਸਨ ਮਨੁੱਖ ਦੇ ਵਿੱਚ, ਸ਼ੂਦਰ ਬ੍ਰਾਹਮਣ ਵੈਸ਼ ਖੱਤਰੀ ਦੀਆਂ। ਇਹਨਾਂ ਨੇ ਸਭ ਖਤਮ ਕਰਤਾ। ਇਕੱਠਿਆਂ ਨੂੰ ਪ੍ਰਸ਼ਾਦਾ ਛਕਾਉਂਦੇ ਆ ਬਿਠਾ ਕੇ, ਇਹਨਾਂ ਨੂੰ ਸੱਦਿਆ ਜਾਵੇ। ਤਾਂ ਉੱਥੇ ਗੁਰੂ ਰਾਮਦਾਸ ਜੀ ਨੇ ਜਾ ਕੇ ਜਵਾਬ ਦਿੱਤਾ ਤੇ ਉਹ ਸ਼ਿਕਾਇਤ ਕਰਨ ਵਾਲੇ, ਰਪਟ ਦੇਣ ਵਾਲੇ ਬ੍ਰਾਹਮਣ ਹਾਰ ਗਏ ਸੀ। ਕੋ ਸਤਨਾਮ ਸੀ। ਅੱਜ ਤੱਕ ਸੱਚ ਨੂੰ ਝੂਠ ਵੱਲੋਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਬਾਣੀ 'ਚ ਪਹਿਲਾਂ ਹੀ ਗ੍ਰਹਿਣ ਕੀਤਾ ਲਿਖਿਆ ਹੋਇਆ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਖੈਰ। ਆਪਣੇ ਨੰਦ ਚੰਦ ਨੂੰ ਇਹ ਬ੍ਰਾਹਮਣ ਨੇ ਜਵਾਬ ਦੇ ਦਿੱਤਾ ਗੁੱਸੇ 'ਚ ਆ ਕੇ, ਕਹਿੰਦਾ ਮੈਂ ਨਹੀਂ ਜਾਣਾ ਹੁਣ। ਸਾਡੀ ਬ੍ਰਹਮਤ ਜਿਹੜੀ ਹੈ ਸ਼ਰਮਸ਼ਾਰ ਹੁੰਦੀ ਹੈ। ਮੈਂ ਬ੍ਰਾਹਮਣ, ਮੈਂ ਝੂਠਾ ਛਕਾਂ। ਭਾਵ ਸਿੱਖਾਂ ਨੂੰ ਪਹਿਲਾਂ ਕਿਉਂ ਛਕਾਇਆ? ਮੈਨੂੰ ਪਹਿਲਾਂ ਛਕਾਉਣਾ ਸੀਗਾ, ਹੁਣ ਮੈਂ ਨਹੀਂ ਖਾਂਦਾ। ਜਾਓ ਜਾ ਕੇ ਕਹਿ ਦਿਓ ਆਪਣੇ ਗੁਰੂ ਨੂੰ ਮੈਂ ਨਹੀਂ ਆਉਂਦਾ ਉਹਨਾਂ ਕੋਲ। ਭਾਈ ਨੰਦ ਚੰਦ ਜੀ ਸਮਝਾਉਣ ਲੱਗੇ ਕੇਸ਼ਵ ਦਾਸ ਨੂੰ, ਤੂੰ ਯਾਰ ਗੁੱਸਾ ਕਿਉਂ ਕਰਦਾ? ਧੀਰਜ ਰੱਖ, ਤੂੰ ਗੁਰੂ ਸਾਹਿਬ ਬੁਲਾ ਰਹੇ ਆ, ਚੱਲ ਉਹਨਾਂ ਦੇ ਕੋਲ। ਤੂੰ ਸਿਆਣਾ ਬਿਆਣਾ, ਗੁਣਾਂ ਦੀ ਖਾਨ ਹੈ, ਵੇਦਾਂਤੀ ਹੈ, ਵੇਦਾਂ ਦਾ ਪੜ੍ਹਤਾ ਹੈ। ਤੂੰ ਤਾਂ ਸਾਰੇ ਪੰਡਤਾਂ ਵਿੱਚ ਸ਼੍ਰੋਮਣੀ ਮੰਨਿਆ ਜਾਂਦਾ ਹੈ। ਕੋਈ ਗੱਲ ਨਹੀਂ, ਦਿਮਾਗ ਚੋਂ ਨਿਕਲ ਗਈ ਹੋਣੀ ਹੈ ਗੱਲ, ਨਹੀਂ ਬੁਲਾਇਆ, ਹੁਣ ਚੱਲ ਕੇ ਪ੍ਰਸ਼ਾਦਾ ਛਕ ਲੈ, ਨਾਲੇ ਦਛਨਾ ਲੈ ਲਾ। ਤੂੰ ਗੁਰੂ ਸਾਹਿਬ ਨੂੰ ਮਨੁੱਖ ਨਾ ਜਾਣ, ਉਹ ਪਰਮੇਸ਼ਰ ਦੇ ਅਵਤਾਰ ਹਨ। ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਸਾਨੂੰ ਉਵੇਂ ਵਰਤਣਾ ਚਾਹੀਦਾ ਹੈ। ਉਹਨਾਂ ਨਾਲ ਰੁੱਸ ਕੇ ਆਪਣਾ ਕੁਛ ਨਹੀਂ ਬਣਨਾ। ਜਾਤ ਹੰਕਾਰ ਕਰੋ ਸਭ ਨਾਸੀ, ਉੱਠ ਕਰ ਗਮਨੋ ਹਰਕਤ ਪਾਸੀ। ਹੁਣ ਆਪਣੀ ਜਾਤ ਦਾ ਹੰਕਾਰ ਛੱਡ ਦੇ। ਗੁਰੂ ਸਾਹਿਬ ਨੇ ਇਹੀ ਤਾਂ ਚੀਜ਼ਾਂ ਖਤਮ ਕਰਨੀਆਂ। ਇਹ ਆਪਣੀ ਉੱਚੀ ਜਾਤ ਦਾ ਹੰਕਾਰ ਛੱਡ ਦੇ ਜਿਸ ਨੇ ਤੁਹਾਨੂੰ ਨਾਸ਼ ਕੀਤਾ ਹੋਇਆ ਹੈ, ਤੇ ਮੇਰੇ ਨਾਲ ਚੱਲੋ ਗੁਰੂ ਸਾਹਿਬ ਦੇ ਕੋਲ। ਤਾਂ ਜਦੋਂ ਭਾਈ ਨੰਦ ਚੰਦ ਨੇ ਕਿਹਾ ਕਿ ਗੁਰੂ ਪਰਮੇਸ਼ਰ ਸਰੂਪ ਹੈ, ਤੇ ਬ੍ਰਾਹਮਣ ਜਿਹੜਾ ਹੈ ਸਤਿਗੁਰਾਂ ਦੇ ਇੱਕ ਬਚਨ ਨੂੰ ਸੁਣਾ ਕੇ ਕਹਿੰਦਾ, ਤੂੰ ਕਿਵੇਂ ਕਹਿਣਾ ਵੀ ਗੁਰੂ ਪਰਮੇਸ਼ਰ ਰੂਪ ਹੈ? ਗੁਰੂ ਖੁਦ ਤਾਂ ਐਦਾਂ ਕਹਿੰਦਾ ਹੈ। ਦੋਸ਼ ਲਗੇ ਬੋਲਤ ਹੋ ਜੈਸੇ ਕਲਗੀਧਰ ਬਰਣਿਓ ਨਿਜੈਸੇ। ਇਹ ਦੋਸ਼ ਨਹੀਂ ਲੱਗੂਗਾ। ਗੁਰੂ ਸਾਹਿਬ ਕੀ ਕਹਿੰਦੇ ਆਪਣੀ ਬਾਣੀ ਵਿੱਚ, ਜੋ ਹਮ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਅਸੀਂ ਪਰਮੇਸ਼ਰ ਨਹੀਂ ਆ, ਜਿਹੜਾ ਸਾਨੂੰ ਪਰਮੇਸ਼ਰ ਕਹੂਗਾ ਉਹ ਨਰਕਾਂ ਨੂੰ ਜਾਵੇਗਾ। ਮੋਕੋ ਦਾਸ ਤਵਣ ਕਾ ਜਾਨੋ, ਜਾਂ ਮੈਂ ਭੇਦ ਨਾ ਰਚ ਪਛਾਨੋ। ਮੈਂ ਪਰਮੇਸ਼ਰ ਦਾ ਸੇਵਕ ਹਾਂ, ਇਹਦੇ ਵਿੱਚ ਰਾਈ ਜਿੰਨਾ ਵੀ ਫਰਕ ਨਹੀਂ ਹੈ। ਗੁਰੂ ਤਾਂ ਆਹ ਗੱਲ ਕਹਿੰਦਾ, ਨੰਦ ਚੰਦ ਨੂੰ ਕਹਿੰਦਾ, ਪੰਡਤ ਤੂੰ ਕਹਿਣਾ ਉਹ ਪਰਮੇਸ਼ਰ ਰੂਪ ਹੈ। ਜਦੋਂ ਕੋਈ ਆਪਣੇ ਮੁਖੋਂ ਕਹੇ ਕਿ ਮੈਂ ਰੱਬ ਹਾਂ, ਉਹ ਗਲਤ ਹੈ। ਇਹ ਤਾਂ ਵੇਖਣ ਵਾਲ ਨੂੰ ਜੱਜਮੈਂਟ ਕਰਨੀ ਚਾਹੀਦੀ ਹੈ ਵੀ ਇਹਨਾਂ ਦੇ ਵਿੱਚ ਕੀ ਪ੍ਰਭਾਵ ਹੈ, ਕੀ ਪ੍ਰਤਾਪ ਹੈ। ਕਹੋ ਸਤਿਨਾਮ। ਗੁਰੂ ਸਾਹਿਬ ਨੇ ਕਿਤੇ ਵੀ ਮੂੰਹੋਂ ਨਹੀਂ ਕਿਹਾ ਕਿ ਸਾਨੂੰ ਪੂਜੋ।
पहले जामे तो लैके 10वें जामे तक पूजा शब्द की, पर्चा पर्चा शब्द का, पूजा अकाल की, पर्चा शब्द का, दीदार खालसे का वचन कीती है 10वें पातशाह जी ने। इत्थे पंडित केशव दास कहना तुहाडे वड्डे तां ਇਹ ਕਹਿੰਦੇ ਹਨ ਕਿ मैं परमेश्वर नहीं हाँ, ਤੇ तू किवें कहना है। एक तो तिन मुख को परमाना, दूजे और सुनो दे काना। एक तो उन्होंने ये गल कही है कि मैनू कोई रब ना कहो, ते तुसी किवें कहने हो। दूजी गल, जब प्रगटे चंडी खलखंडा, भीख बयान जगत नवखंडा। कहंदा जदों चंडी प्रगट हुई उस वेले भयानक रूप धार लिया। तीर जुर रहो ना कोई, देखत नैन मूंद लै दोई। हुण पंडित केशव दास कहना चंडी प्रगट हो गई, ये उदों पहले भज के थले आ गया डरदा मारिया, ते चंडी कोई है ही नहीं। ये सब अणघड़त घड़ियां हुई गल्लां गुरु प्यारिओ। सतगुरु पातशाह जी ने श्री साहब नूं ही चंडी कहा। प्रथम भगौती सिमर कह गुरु नानक लई ते आए। इत्थे भगौती जिहड़ी है ये शास्त्र का नाम भी है, ते भगौती भगती भी है। भगौती भगवंत भगत का रंग, भगवंत की भगती ही ਜਿਹੜੀ भगत की शक्ति है, यही शक्ति है। तो सतगुरां ने जदों ये पंडित केशव दास थले आ गया तो सारा कुछ अग विसट के कह दिता सी, तलवार कढ़ के म्यान चों, इहो ही चंडी है, ये नाल ही युद्ध जिते जा सकते हैं। कहो किसी को राज न दे है, जो ले है निज बल पर ले है। इस करके हुण पंडित केशव दास कहंदा फिर उस वेले उन्हां ने धीरज क्यों ना रखिया। तब तीर जुरे हो ना कोई, देखत नैन मूंद लै दोई। उदों उन्हां ने अखां क्यों बंद कीतियां। जे अवतार होते तिस काला, धीरज धार दरिदे विसाला। जे अवतार सी ते उन्हां ने धीरज क्यों नहीं रखिया, क्योंकि पातशाह दे अखां लाल हो गईयां, जोश विच आ गए। क्योंकि अखीर ते हार के पंडित केशव दास कहंदा चंडी बली मंगदी है। पातशाह कहंदे बली काहदी दईए, भेटा काहदी दईए। कहंदा जी कोई तुहाडा लाडला होवे, ध्यान साहिबजादा अजीत सिंह ते, छतरी होवे, योधा होवे, धर्म का प्यारा होवे, ओहदी बली दित्ती जावे। ते जद पातशाह ने कहा फिर तू ही धर्म का प्यारा है, तू पंडितां दे विच सत्कारयोग है, सारे केशव देश केशव दास करते हैं, फिर क्यों ना तेरी बली दे दईए। यार भारत वर्ष विचों जुल्म खत्म हो जाऊगा, जे एक बंदा तू बली दे देगा फिर की हो जाऊगा। उस वेले पातशाह दी अखां लाल हो गईयां। ते ब्राह्मण केशव दास जिहड़ा सी गुरु प्यारे, उस वेले फिर बाथरूम जाण दा बहाना बना के थल्ले उतरिया है। ते पातशाह ने मगरों दसता सिख संगतां सारियां नूं मैं कोई चंडी नहीं है। ये देवते तो आप कहते हैं सानू मनुखा देही मिल जाए, इन्हां कोल तां शरीर ही नहीं है। गुरु प्यारे इस देही को सिमरै देव, सो देही भज हर की सेव। भयो गोबिंद भूल मत जाहो, मानस जन्म का यही लाहो। ये मनुखा जन्म का लाहा है। इस करके मेरे प्रीतम जी कहते हैं पंडित केशव दास कहता उस वेले फिर उन्होंने धीरज क्यों ना रखिया, जोश विच गुस्से विच क्यों आए। मोहे प्रतीत न आवे, तू सब जाने बिना अलावे। नंद चंद नूं कहंदा मैं नहीं मनदा गुरु गोबिंद सिंह रब है, मैनू कोई भरोसा नहीं उन्हां ते। नंद चंद तब बाग बखाना, सुनो ब्रिप तुम भेव न जाना। नंद चंद जी कहंदे पंडिता तैनू भेत नहीं आ उन्हां दा। तेसी ते संसार तोरे, निर्णय कर गुनी बच मोरे। मेरी गल समझ, तेरे मन में जिहड़ा शंका है वो निकल जाएगा। गुरु भक्त बप पे अवतारा, पूर्व रूप ना करे उचारा। कि पहला जिहड़े भगत होए उन्हां ने किसी ने कहा कि मैं भगत हाँ, मैं रब हाँ। सारिਆਂ ने अपने आप ਨੂੰ ਨਿਮਾਣਾ ਕਿਹਾ। ਕਬੀਰ ਸਾਹਿਬ जी ने भी इदां कहा ਜਦੋਂ कि भगतां विचों ਵੱਡੇ भगत ਮੰਨੇ गए ਹਨ। ਉਹ गुरु साहब गुरु नानक देव जी ने कहा नानक दास एव कहत है, नानक कवि एव कहत है। अपने आप को कहते गुरुआं ने परमेश्वर जां गुरु जां भगत नहीं कहागा। हाँ वो जिहड़ा काम करन आए उन्होंने काम करते रहे। जो स्वांगी जग स्वांग बनावे, तस क्रिया कर तबा अलावे। और जिस तरह कोई स्वांगी बाजीगर स्वांग धारदा है, ते स्वांग धार के आए तो नहीं दसदा बई मैं पहला वाला कल वाला बाजीगर हाँ। जिहड़ा उन्हें स्वांग बहु रूपी अपने शहरों च आउंदे आ, बहु रूपीए कदे शिवजी का रूप धार लिया, कदे हनुमान का धार लिया, कदे किसी जिमीदार का धार लिया, कदे कोई। पर जो उस रूप च हुंदे आ कदे नहीं कहते मैं उही कल वाला बहु रूपिया हाँ, बाजीगर हाँ। इस करके गुरु
ਪਰਮੇਸ਼ਰ ਚਾਹੇ ਗੁਰੂ ਬਣ ਕੇ ਇੱਥੇ ਆਇਆ ਹੈ, ਇੱਥੇ ਗੁਰੂ ਬਣ ਕੇ ਹੀ ਰਿਹਾ, ਇੱਥੇ ਰਹਿ ਕੇ ਉਹਨੇ ਕਦੇ ਇਹ ਨਹੀਂ ਕਿਹਾ ਕਿ ਮੈਂ ਰੱਬ ਹਾਂ। ਸ਼ੁਕਰ ਰੂਪ ਤਰਾ ਗੁਣ ਖਾਨੀ, ਘਰ ਘਰ ਸ਼ਬਦ ਕਿਰਿਆ ਇਸ ਠਾਨੀ। ਜਦੋਂ ਤੁਹਾਡੇ ਮੁਤਾਬਕ ਹੀ, ਤੁਹਾਡੇ ਵੇਦਾਂ ਦੇ ਮੁਤਾਬਕ ਹੀ ਵਿਸ਼ਨੂੰ ਨੇ ਸੂਰ ਦਾ ਰੂਪ ਧਾਰਿਆ ਸੀਗਾ, ਕਿ ਉਦੋਂ ਬੰਦਿਆਂ ਵਾਂਗੂ ਬੋਲਦਾ ਸੀ, ਉਹ ਘੁਰ-ਘੁਰੀ ਕਰਦਾ ਸੀ ਨਾ, ਜਿਹੋ ਜਿਹਾ ਰੂਪ ਸੀ ਉਹੋ ਜਿਹੇ ਵਰਤਿਆ ਸੀ। ਨਰਸਿੰਘ ਰੂਪ ਬਨਾਏ ਬੋਰੀ, ਗਰਜ ਕਿਰਿਆ ਤਸ ਕਰੀ ਨਾ ਹੋਰੀ। ਔਰ ਜਦ ਨਰਸਿੰਘ ਬਣ ਕੇ ਪ੍ਰਹਿਲਾਦ ਦੀ ਰਕਸ਼ਾ ਕੀਤੀ, ਫਿਰ ਨਰਸਿੰਘ ਵਰਗੀ ਗਰਜਨਾ ਕਿਸੇ ਨੇ ਨਹੀਂ ਕੀਤੀ। ਇਸ ਵਿਦ ਲਖੀਏ ਗਾਤੇ ਨਕੀਰੀ, ਭਗਤ ਰੀਤ ਕੀ ਰਹਿਤ ਕਨੇਰੀ। ਐਸੇ ਮੇਰੇ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਹੈ, ਭਾਵੇਂ ਸਰਵ ਕਲਾ ਸਮਰੱਥ ਹੈ, ਪਰ ਪ੍ਰੇਮਾ ਭਗਤੀ ਵਿੱਚ ਰਹਿੰਦੇ ਹਨ। ਰੂਪ ਵਾਸਤਵ ਨਹੀਂ ਲਿਖਾਇਓ, ਆਸ਼ੀ ਅਪਰਸੋ ਨਹਿ ਤੁਮ ਪਾਇਓ। ਇਸ ਕਰਕੇ ਤੂੰ ਉਹਨਾਂ ਦਾ ਆਸ਼ਾ ਨਹੀਂ ਸਮਝ ਸਕਦਾ। ਉਹ ਆਪਣੇ ਆਪ ਨੂੰ ਕਦੇ ਵੀ ਨਹੀਂ ਕਹਿਣਗੇ ਕਿ ਮੈਂ ਰੱਬ ਹਾਂ। ਉਹ ਆਪਣੇ ਆਪ ਨੂੰ, ਜਿਸ ਤਰ੍ਹਾਂ ਉਹਨੇ 24 ਸਾਹਿਬ ਦੀ ਰਚਨਾ ਕੀਤੀ, ਤਾਂ ਉਸ ਦਾ ਹੈਂਡ ਕੀ ਹੈ? ਕਾਵਿਓ ਬਾਚ ਬੇਨਤੀ ਚੌਪਈ। ਕਵੀ ਦੀ ਰਚਨਾ, ਕਵੀ ਦੇ ਮੁਖ ਚੋਂ ਉਚਾਰਨ ਹੋਈ। ਕੌਣ ਹੈ ਕਵੀ ਇੱਥੇ? ਗੁਰੂ ਗੋਬਿੰਦ ਸਿੰਘ ਜੀ ਆਪ ਹੀ ਆ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਆਪਣਾ ਕਵਿਓ ਬਾਚ ਬੇਨਤੀ ਚੌਪੀ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਾਂ 10ਵੇਂ ਪਾਤਸ਼ਾਹ ਜੀ ਕਾਲ ਪੁਰਖ ਨੂੰ ਕਹਿ ਰਹੇ ਹਨ, ਆਪਣੇ ਆਪ ਨੂੰ ਇੱਕ ਕਵੀ ਕਹਿ ਰਹੇ ਆ, ਉਹਦਾ ਗਾਉਣ ਵਾਲਾ ਕਹਿ ਰਹੇ ਆ। ਨਾਨਕ ਜੀ ਨੇ ਵੀ ਗਾਇਆ। ਇਸ ਕਰਕੇ ਗੁਰੂ ਪਿਆਰਿਓ, ਭਾਈ ਆਨੰਦ ਚੰਦ ਜੀ ਬੜਾ ਸਮਝਾਉਂਦੇ ਆ, ਗੁਰੂ ਕਦੇ ਨਹੀਂ ਕਹਿਣਗੇ ਤੈਨੂੰ ਕਿ ਮੈਂ ਰੱਬ ਹਾਂ। ਬ੍ਰਹਮਾ ਵਿਸ਼ਨ ਰੁਦਰ ਮਹਿਆਨ, ਇਨ ਪਰ ਤਰਕ ਕਰੀ ਤਿਸ ਥਾਨ। ਔਰ ਵਾਸਤਵ ਰੂਪ ਵਿੱਚ ਕਦੇ ਵੀ ਕਿ ਕਿਸੇ ਨੇ, ਬ੍ਰਹਮਾ ਨੇ, ਵਿਸ਼ਨੂੰ ਨੇ, ਸ਼ਿਵ ਜੀ ਨੇ, ਜਿਹੜੇ ਵੱਡੇ ਵੱਡੇ ਹੋਏ ਹਨ, ਕਦੇ ਉਹਨਾਂ ਨੇ ਵੀ ਗੁਰੂ ਤੇ ਤਰਕ ਨਹੀਂ ਕੀਤਾ ਜਿਹੜਾ ਤੂੰ ਕਰੀ ਜਾਣਾ। ਆਪ ਕੋ ਨੈਮ ਕਹਤੇ, ਤੋ ਬੋਲੋ ਕਰਿਦੇ ਮਲਹਤੇ। ਕਹਿਣ ਲੱਗਿਆ ਜੇ ਤੁਹਾਨੂੰ ਉੱਥੇ ਇਸ ਤਰ੍ਹਾਂ ਨਾ ਕਹਿੰਦੇ ਤਾਂ ਲੋਕ ਕੀ ਕਹਿੰਦੇ? ਸਭ ਕੋ ਤਰਕਤ ਪੈ ਸਿਥਾਈ, ਪਰਮੇਸ਼ਵਰ ਤਾਪਨ ਜਨਾਈ। ਇਸ ਕਰਕੇ ਇਸ ਸ਼ਬਦ ਦੇ ਵਿੱਚ ਸਤਿਗੁਰ ਨੇ ਆਪਣੇ ਆਪ ਨੂੰ ਪਰਮੇਸ਼ਰ ਨਹੀਂ ਕਿਹਾ, ਕਿਉਂਕਿ ਪਹਿਲਾਂ ਰਾਮ ਜੀ ਆਏ, ਕ੍ਰਿਸ਼ਨ ਜੀ ਆਏ, ਦੁਨੀਆ ਉਹਨਾਂ ਨੂੰ ਰੱਬ ਮੰਨ ਕੇ ਉਹਨਾਂ ਦੀ ਮੂਰਤੀ ਪੂਜਾ ਕਰਨ ਲੱਗ ਪਈ। ਜੇ ਉਹਨਾਂ ਨੇ ਇਹਨਾਂ ਨੂੰ ਟੋਕਿਆ ਹੁੰਦਾ, ਰੋਕਿਆ ਹੁੰਦਾ ਵੀ ਸਾਨੂੰ ਰੱਬ ਨਾ ਮੰਨਿਓ, ਸਾਡੀ ਮੂਰਤੀ ਪੂਜਾ ਨਾ ਕਰਿਓ, ਸਾਡੀ ਲਿਖੀ ਗੀਤਾ ਨੂੰ ਪੜ੍ਹੋ, ਸਾਡੀ ਲਿਖੀ ਰਮਾਇਣ ਨੂੰ ਪੜ੍ਹੋ, ਸਾਡੇ ਬਚਨਾਂ 'ਤੇ ਚੱਲੋ, ਸਾਡੀ ਗੱਲ ਮੰਨੋ, ਜਿਵੇਂ 10ਵੇਂ ਪਾਤਸ਼ਾਹ ਜੀ ਨੇ ਪੱਕੇ ਤੌਰ 'ਤੇ ਕਿਹਾ, ਮੇਰਾ ਰੂਪ ਗ੍ਰੰਥ ਜੀ ਜਾਣ, ਇਸ ਮੈਂ ਭੇਦ ਨਾ ਰੰਚਕ ਮਾਣ, ਜੋ ਮੁਝ ਬਚਨ ਕਰਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ ਚਿੱਤ ਲਾਏ, ਆਤਮਾ ਗ੍ਰੰਥ ਤੇ ਸਰੀਰ ਮੇਰਾ ਪੰਥ ਜਾਣੋ। ਇਹ ਸਪਸ਼ਟ ਬਚਨ ਕਿਉਂ ਕਰਨੇ ਪਏ? ਕਿਤੇ ਮੇਰੇ ਸਿੱਖ ਵੀ ਭੁਲੇਖਾ ਨਾ ਖਾ ਜਾਣ ਤੇ ਮੇਰੀਆਂ ਘੋੜੇ ਵਾਲੀਆਂ ਫੋਟੋਆਂ ਬਣਾ ਕੇ ਪੂਜੀ ਜਾਣ। ਕਹੋ ਸਤਿਨਾਮ। ਇਸ ਕਰਕੇ ਉਹਨੂੰ ਕਹਿਣਾ ਕਿਹਾ ਕਿ ਮੈਂ ਪਰਮੇਸ਼ਰ ਨਹੀਂ ਹਾਂ, ਮੈਨੂੰ ਰੱਬ ਨਹੀਂ ਮੰਨਣਾ। ਸ਼ਬਦ ਕੋ ਚੀਨ ਭਾਈ, ਸ਼ਬਦ ਕੋ ਖੋਜ ਭਾਈ, ਸ਼ਬਦ ਕੇ ਚਾਨਣੇ ਇੱਕ ਵਸਤ ਪਾਈ, ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਆ ਬੱਚੇ ਸਕੂਲੇ ਪੜ੍ਹਨ ਜਾਂਦੇ ਹੈ ਕਿ ਮਾਸਟਰ ਦੀ ਫੋਟੋ ਨੂੰ ਧੂਫ ਦਿੰਦੇ ਆ ਕੇ ਘਰੇ। ਸਕੂਲ ਦਾ ਕੰਮ ਕਰਦੇ ਆ, ਕਿਤਾਬਾਂ ਪੜ੍ਹਦੇ ਆ, ਜੇ ਪੜ੍ਹਨਗੇ ਤਾਂ ਪਾਸ ਹੋ ਜਾਣਗੇ, ਕਾਮਯਾਬ ਹੋ ਜਾਣਗੇ, ਤੇ ਜੇ ਮਾਸਟਰ ਦੀ ਫੋਟੋ ਘਰੇ ਤਰ ਕੇ ਧੂਫ ਦੇ ਦੇਣ ਤਾਂ ਕਦੇ ਵੀ ਪੇਪਰਾਂ 'ਚੋਂ ਪਾਸ ਨਹੀਂ ਹੋ ਸਕਦੇ। ਕਹੋ ਸਤਿਨਾਮ। ਤਾਂ ਸਾਡੇ ਮਾਸਟਰ ਸਾਡੇ ਹੋਏ ਨੇ, ਵੱਡੇ ਵੱਡੇ ਮਹਾਂਪੁਰਸ਼ ਹੋਏ ਆ, ਗੁਰੂ ਪਿਆਰੇ ਅਵਤਾਰ ਹੋਏ ਆ, ਭਗਤ ਹੋਏ ਨੇ। ਅਸੀਂ ਉਹਨਾਂ ਦੀਆਂ ਗੱਲਾਂ ਛੱਡ ਕੇ ਉਹਨਾਂ ਦੀ ਮੂਰਤੀ ਪੂਜਾ ਸ਼ੁਰੂ ਕਰਤੀ। ਇਸੇ ਕਰਕੇ ਗੁਰੂ ਸਾਹਿਬ ਨੇ ਇਹ ਸਖਤ ਬਚਨ ਆਪਣੀ ਬਾਣੀ 'ਚ ਕਹੇ ਹੈ ਕਿ ਤੇ ਸਿੱਖ ਮੇਰੀ ਵੀ ਮੂਰਤੀ ਪੂਜਾ ਨਾ ਕਰਨੀ ਸ਼ੁਰੂ ਕਰ ਦੇਣ। ਔਰ ਮੈਂ ਜਿਸ ਕੰਮ ਲਈ ਆਇਆ ਸਮਝ ਲਿਓ ਸਾਧੂ ਸਭ ਮਨਮੰਗ, ਯਾਹੀ ਕਾਜ ਧਰਹਮ ਜਨਮੰ, ਧਰਮ ਚਲਾਵਨ ਸੰਤੀ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ। ਮੇਰਾ ਕੰਮ ਇਹ ਹੈ, ਪੰਥ ਨੂੰ ਕਾਇਮ ਕਰਨਾ, ਧਰਮ ਨੂੰ ਕਾਇਮ ਕਰਨਾ, ਔਰ ਦੁਸ਼ਟਾਂ ਦੀਆਂ ਜੜ੍ਹਾਂ ਪੱਟਣੀਆਂ। ਜਿਹੜੇ ਔਰੰਗਜ਼ੇਬ ਵਰਗੇ ਮੁਗਲ ਰਾਜੇ ਜ਼ੁਲਮ ਕਰਕੇ ਭਾਰਤ ਵਰਸ਼ ਨੂੰ ਮੁਸਲਮਾਨ ਬਣਾਉਣ 'ਤੇ ਤੁਲੇ ਹੋਏ ਸੀ, ਗੁਰੂ ਸਾਹਿਬ ਨੇ ਤਾਂ ਇਹ ਤਹਈਆ ਕੀਤਾ ਜ਼ੁਲਮ ਨੂੰ ਖਤਮ ਕਰਨ ਦਾ। ਤੇ ਪੰਡਤ ਕੇਸ਼ਵ ਦਾਸ ਵਰਗੇ ਉਹਨਾਂ ਨੂੰ ਕਿਵੇਂ ਸਮਝ ਸਕਦੇ ਆ? ਇਮ ਵਿਚਾਰ ਕਰਤਾ ਬਖਾਨਾ, ਜੇ ਅਵਤਾਰ ਸੋ ਦਾਸ ਸਮਾਨਾ। ਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਬਾਰੇ ਆਨੰਦ ਚੰਦ ਜੀ ਕਹਿੰਦੇ, ਇਸ ਤਰ੍ਹਾਂ ਵਿਚਾਰ ਕਰਕੇ ਉੱਥੇ ਕਿਹਾ ਹੈ ਕਿ ਜਿਹੜਾ ਅਵਤਾਰ ਹੈ ਉਹ ਪਰਮੇਸ਼ਰ ਦਾ ਦਾਸ ਹੈ। ਇੱਥੇ ਅਵਤਾਰ ਹੈ, ਅਵਤਾਰ ਦਾ ਅਰਥ ਹੈ ਉਤਰਨਾ, ਜਨਮ ਲੈਣਾ, ਭੂਮੀ 'ਤੇ ਆਉਣਾ। ਇਸੇ ਅਵਤਾਰ ਸ਼ਬਦ ਨੂੰ ਕਬੀਰ ਸਾਹਿਬ ਜੀ ਨੇ ਵਰਤਿਆ। ਕਿਸ ਤਰ੍ਹਾਂ? ਅਵਤਰ ਆਏ ਕਹਾਂ ਤੁਮ ਕੀਨਾ, ਰਾਮ ਕੋ ਨਾਮ ਨ ਕਬ ਹੋ ਲੀਨਾ। ਉਹ ਸਾਨੂੰ ਕਹਿੰਦੇ ਓਏ ਤੁਸੀਂ ਇੱਥੇ ਅਵਤਾਰ ਧਾਰ ਕੇ, ਭਾਵ ਜਨਮ ਲੈ ਕੇ ਦੁਨੀਆ ਵਿੱਚ ਆ ਕੇ ਕੀ ਕੀਤਾ? ਪਰਮੇਸ਼ਰ ਦਾ ਨਾਮ ਨਹੀਂ ਜਪਿਆ। ਮਰ ਜਾਏ ਵੇ ਕਿਉਂ ਕਿਆ ਕਰੋ ਅਭਾਗੇ।
ਕੱਲ ਨੂੰ ਜਦ ਮਰ ਜਾਓਗੇ, ਜਮਦੂਤਾਂ ਦੇ ਵਸ ਪਾਓਗੇ, ਉਸ ਵੇਲੇ ਵਾਸਤੇ ਤੁਹਾਡੇ ਕੋਲੇ ਕਿਹੜੀ ਪੂੰਜੀ ਹੈ। ਇਸ ਕਰਕੇ ਅਵਤਾਰ ਦਾ ਅਰਥ ਪਰਮੇਸ਼ਰ ਦਾ ਦਾਸ ਹੈ। ਨਿਜ ਸਰੂਪ ਪਰਮੇਸ਼ਰ ਕੇਰਾ, ਧਿਆਵਤ ਰਹੇ ਸੋ ਸੰਜ ਸਵੇਰਾ। ਉਹ ਖੁਦ ਪਰਮੇਸ਼ਰ ਨਾਲ ਜੁੜਦੇ ਹਨ ਤੇ ਸਾਨੂੰ ਵੀ ਉਸੇ ਨਾਲ ਜੋੜਦੇ ਹਨ। ਅੰਮ੍ਰਿਤ ਵੇਲੇ ਉੱਠਣਾ, ਨਿਜ ਸਰੂਪ ਦਾ ਧਿਆਨ ਧਰਨਾ ਤੇ ਸੁਰਤੀ ਨੂੰ ਅਕਾਲ ਪੁਰਖ ਦੇ ਚਰਨਾਂ ਨਾਲ ਲਾਉਣਾ। ਉਹਨਾਂ 11 ਮਹੀਨਿਆਂ ਵਿੱਚ ਪਾਤਸ਼ਾਹ ਪਰਮੇਸ਼ਰ ਨੂੰ ਇਹ ਵੀ ਪੁੱਛਦੇ ਰਹੇ ਕਿ ਮੈਂ ਜੋ ਪੰਥ ਸਾਜਣਾ ਹੈ ਉਹਦਾ ਕੈਸਾ ਸਰੂਪ ਬਣਾਉਣਾ ਹੈ, ਕਿਉਂਕਿ ਦੁਨੀਆ ਨੇ ਬੜੇ ਸਰੂਪ ਬਣਾਏ ਆ। ਗੋਰਖਨਾਥ ਵਰਗਿਆਂ ਨੇ ਕੰਨ ਪਾੜ ਕੇ ਮੁੰਦਰਾ ਪਾਤੀਆਂ, ਘੋਣ ਮੋਲ ਕਰ ਦਿੱਤੇ। ਸੰਤ ਸਮੂਹ ਅਨੇਕ ਮਤੀ ਕੇ ਸਾਧਾਂ ਦੇ ਅਨੇਕਾਂ ਤਰ੍ਹਾਂ ਦੇ ਧਰਮ ਆਪਣਾ ਇਹਨਾਂ ਦੇ ਟੋਲੇ ਹਨ। ਕਿਸੇ ਦੇ ਪੈਰਾਂ ਵਿੱਚ ਝਾਂਜਰਾਂ ਬੰਨੀਆਂ, ਕਿਸੇ ਦੇ ਘੁੰਗਰੂ ਪਾਏ ਹੋਏ, ਕਿਸੇ ਦੇ ਗਲ ਵਿੱਚ। ਰਾਮਾਨੰਦ ਨੇ ਲੱਕੜ ਦੀ ਮਾਲਾ ਗਲ ਵਿੱਚ ਪਵਾ ਦਿੱਤੀ। ਅੱਜ ਵੀ ਬਹੁਤ ਸਾਰੇ ਉੱਠਦੇ ਆ, ਆਪੋ ਆਪਣੀਆਂ ਨਿਸ਼ਾਨੀਆਂ ਆਪਣੇ ਚੇਲਿਆਂ ਦੇ ਗਲ 'ਚ ਪਾ ਦਿੰਦੇ ਆ। ਕੋਈ ਸਤਿਨਾਮ। ਕਿਤਨੇ ਹੀ ਦੁਨੀਆ ਵਿੱਚ ਆਏ ਤੇ ਕਿਤਨੇ ਚਲੇ ਗਏ। ਲੋਕਾਂ ਦੇ ਉੱਤੇ ਉਹਨਾਂ ਲੋਕਾਂ ਨੇ ਆਪਣੀਆਂ ਮੋਹਰਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿਸੇ ਨੇ ਕਿਹੋ ਜਿਹਾ ਰੂਪ ਬਣਾਤਾ ਮਨੁੱਖ ਦਾ, ਕਿਸੇ ਨੇ ਕਿਹੋ ਜਿਹਾ ਬਣਾਤਾ। ਤੇ ਪਰਮੇਸ਼ਰ ਨੂੰ ਪੁੱਛਦੇ ਰਹੇ, ਮਹਾਰਾਜ ਜਿਹੜਾ ਪੰਥ ਮੈਂ ਸਾਜਣਾ ਉਹਦਾ ਰੂਪ ਕਿਹੋ ਜਿਹਾ ਕਰਨਾ, ਮੈਨੂੰ ਦੱਸਣਾ ਕਰੋ। ਤੇ ਆਕਾਸ਼ਬਾਣੀ ਇਹੀ ਹੁੰਦੀ ਰਹੀ ਕਿ ਜਿਹੋ ਜਿਹਾ ਮੈਂ ਭੇਜਿਆ ਇਹਨੂੰ ਪੂਰਾ ਕਰ। ਮੁਸਲਮਾਨੀ ਮਤ ਵਿੱਚ ਮੁੱਛਾਂ ਕੱਟੀਆਂ ਜਾਂਦੀਆਂ, ਦਾੜੀ ਰੱਖੀ ਜਾਂਦੀ ਹੈ, ਕੇਸ ਕੱਟੇ ਜਾਂਦੇ ਆ। ਹਿੰਦੂ ਮਤ ਵਿੱਚ ਜਨੇਊ ਪਾਇਆ ਜਾਂਦਾ, ਕੇਸ ਦਾੜੀ ਕੱਟੇ ਜਾਂਦੇ ਹਨ। ਪਰ ਸਿੱਖ ਮਤ ਵਿੱਚ ਜਿਹੜਾ ਪੰਥ ਸਾਜਿਆ ਅਕਾਲ ਪੁਰਖ ਦੇ ਹੁਕਮ ਮੁਤਾਬਕ ਉਹਦਾ ਹੁਕਮ ਸੀਗਾ ਕਿ ਜਿਹੋ ਜਿਹਾ ਮੈਂ ਬੰਦਾ ਭੇਜਿਆ ਸੀ ਇਹਨੂੰ ਪੂਰਾ ਕਰ। ਜਿਹੜੀ ਘਾਟ ਕੀਤੀ ਹੈ, ਨਾ ਸੁੰਨਤ ਕਰਨੀ ਹੈ, ਨਾ ਕੇਸ ਦਾੜੇ ਕੱਟਣੇ ਹੈ, ਇਹਨੂੰ ਜਿਹੋ ਜਿਹਾ ਭੇਜਿਆ ਉਹੋ ਜਿਹਾ ਕਰ। ਤਾਂ 10ਵੇਂ ਪਾਤਸ਼ਾਹ ਜੀ ਨੇ ਜਿਹੜਾ ਸਾਨੂੰ ਸਰੂਪ ਦਿੱਤਾ ਹੈ, ਤਾਂ ਇਸ ਨੂੰ ਬਾਣੀ ਵਿੱਚ ਲਿਖਿਆ ਸਾਬਤ ਸੂਰਤ ਦਸਤਾਰ ਸਿਰਾ। ਇਹ ਸਾਬਤ ਸੂਰਤ ਫਿਰ ਗੁਰੂ ਗੋਬਿੰਦ ਸਿੰਘ ਨੇ 1699 ਦੀ ਵਿਸਾਖੀ ਤੇ ਖਾਲਸਾ ਸਾਜਣ ਵੇਲੇ ਪੱਕੇ ਤੌਰ ਤੇ ਹੁਕਮ ਲਾਤਾ ਵੀ ਜਿਹੜਾ ਮੇਰਾ ਸਿੱਖ ਹੈ, ਜੋ ਅੰਮ੍ਰਿਤਧਾਰੀ ਹੈ, ਜੋ ਸਿੱਖ ਹੈ, ਉਹ ਅੱਜ ਤੋਂ ਬਾਅਦ ਕੇਸ ਦਾੜੀ ਨਹੀਂ ਕੱਟੇਗਾ। ਕਹੋ ਸਤਿਨਾਮ ਸਿੰਘ। ਇਹ ਪੱਕੇ ਤੌਰ ਤੇ ਬੈਨ ਲਾਤਾ ਕੱਟੜਤਾ ਦੇ ਨਾਲ। ਕੋਈ ਵੀ ਮੇਰਾ ਸਿੱਖ ਹੈ ਜਿਹੜਾ ਕੇਸ ਦਾੜੀ ਨਹੀਂ ਕੱਟੂਗਾ। ਇਹ ਖਾਲਸੇ ਦਾ ਖਾਸ ਰੂਪ ਹੈ। ਖਾਲਸਾ ਖਾਸ ਹਾਵੇ ਕਹਾਵੇ ਸੋਈ। ਖਾਲਸੇ ਧਰਮ ਦੀਆਂ, ਖਾਲਸੇ ਦੀਆਂ ਬੇਅੰਤ ਡੈਫੀਨੇਸ਼ਨਾਂ ਪਾਤਸ਼ਾਹ ਨੇ ਸਰਬਲੋ ਗ੍ਰੰਥ ਵਿੱਚ ਦੇਣੀਆਂ ਕੀਤੀਆਂ। तो पातशाह जी ने खालसे की बड़ी महिमा लिखी आ। खालसा सोई जो खालसा सोए पर त्रिया त्यागै, खालसा सोए लड़ा हुए आगै, खालसा मेरो रूप है खास, खालसे में हो करो निवास। हुण गुरु गोबिंद सिंह साबत सूरत हैं, तो इस करके कहते तुसी मेरा रूप हो, मेरे वर्गे बनने की कोशिश करो। को सतनाम। खालसा मेरो रूप है खास, खालसे में हो करो निवास, खालसा मेरी जान की जान, खालसा मेरो प्राण को प्राण, खालसा मेरो मुख है अंगा, खालसे के हो सरसा संगा। ते अगे जाके एक ऐसा वचन कर दिया जिहड़ा सानू याद रखना चाहिए। जब लग खालसा रहे नियारा तब लग, उस वेले तक मैं इसनू पूरी ताकत देवांगा। जावे गह विपन की रीत, मैं ना करो इनकी प्रतीत। सतगुरु पातशाह जी कहते खालसा मेरा रूप है, मेरे वर्गा बनो और इन्हां गुणां नूं धारण करो। वर्गा बन के तो मतलब कि कलंगी ला के असीं कहण लग जाइए मैं गुरु गोबिंद सिंह हाँ। घट्टो घट्ट असीं पुत्तर तो बन सकते हैं ना। कोई सतनाम उहदा स्वरूप तो बन सकते हैं। वो अपने आप नूं परमेश्वर दा पुत्तर कहते हैं ते सानूं उन्हां ने आप दा पंजवां पुत्तर बनाया। 4 साहिबजादे ते 5वां खालसा। इस करके जब लग खालसा रहे न्यारा तब लग तेज दियो मैं सारा, पूरा प्रताप दे दूंगा, सारी ताकत दे दूंगा। पर जिन्ना चिर न्यारापन बनाई रखूँगा, रल गड्ड नहीं होगा, साबत सूरत रहूगा। और तब लग तेज दियो मैं सारा, जावे गह विपन्न की रीत। जदों ये भी ब्राह्मणी कर्म कांड कर लग पिया, श्राद्ध मनाउण लग पिया, मसीहा मनाउण लग पिया, आदि लस्सियां पाउण लग पिया, फिर मेरा कुछ नहीं लगदागा। कहो सतनाम। जब लग खालसा रहे न्यारा तब लग तेज दियो मैं सारा, जावे गह विपन्न की रीत मैं ना करो इनकी प्रतीत, फिर मेरा कुछ नहीं लगदागा। इस करके सतगुरु पातशाह जी के उत्ते केशोदास जिहड़ा शक कर रहा है, भाई नंद चंद जी समझा रहे हैं। स्थान बच कहो जिसते आसे बुद्ध जन रहयो। ते पातशाह जी ने यह वचन भी तो कहे हैं जिसका आशा सियाने बंदियां ने समझिया। खालसा मेरा रूप है खास,
मैं उसका दास हाँ, परमेश्वर का पुत्र हाँ। इस करके मोह को दास तवन का जानो, या मैं भेद ना रंच पछानो, मैनू उहदा सेवक जानो, कोई मैनू रब ना कह दियो। और उन्होंने तो यह भी तो कहा सी ना, हेमकुंट पर्वत है जहाँ, पांडा जी वो भी तो बाणी पढ़ के देख लो उन्होंने, हेमकुंट पर्वत है जहाँ, सप्त श्रृंग शोभत है तहाँ, तय हम अधिक तपस्या साधी, महाकाल काल का, काल का काल, इत्थे कालका देवी की गल नहीं हैगी है, सतगुर की बाणी विच हिंदी है। पटना साहब दे विच पहले जिंदगी के 5 साल उत्थे बतीत होए है, तो उत्थे हिंदी बोली जाती है बिहार दे विच, तां उन्हां दी बाणी जिहड़ी है वो हिंदी वांगू उचारण होई आ, लिखी गुरमुखी च पंजाबी अखरां च। कहो सतनाम। हमरी करो, हमरी शब्द हिंदी का है, जे गुरमुखी का है तो मेरी करो आउणा शब्द चाहिदा सीगा। तो इस करके 10वें पातशाह जी कहंदे, हेमकुंट पर्वत है जहाँ, सप्त श्रृंग शोभत है तहाँ, तय हम अधिक तपस्या साधी, महाकाल काल का, काल दा काल मतलब पंजाबी च करांगे जदों, तां काल दा काल मैं ओदी आराधना की बैठ के, उत्थे किसी देवी की आराधना नहीं की, गुरु गोबिंद सिंह जी ने। कहो सतनाम। महाकाल काल का आराधी, करत तपस्या जब हम भयो, मैं तपस्या करदा करदिया एक दिन ऐसा समा आया, दवै ते एक रूप होए गयो। कौन है दो? एक परमेश्वर, एक दुष्ट दामन। कहो सतनाम। गुरु गोबिंद सिंह जी खुद एक परमेश्वर, ते नाम जपदे जपदे हर का सेवक सो हर जेहा, हरि दा रूप हो गए असी। करत तपस्या जब हम भयो, दवै ते एक रूप होए गयो, चित न भयो हमरो आवन कहे। सानू इत्थे आके दसदे है, मेरा उस अवस्था नूं छड्डण नूं जी नहीं सी करदा। चित न भयो हमरो आवन कह, चुभी रही सुरत प्रभ चरणन में, जिम तिम कह के प्रभ मोह समझायो, इम कह के एहे लोक पठायो, ए समात लोक, इम कह के ए लोक पठायो, जाए जहाँ ते धर्म बिठारो, दुष्ट दुखिन पकड़ पछारो। फिर अगों मैं बेनती की, ठाड़ भयो मैं जोर कर, बचन कहा सिर न्याय, निम्रता सहित बेनती की परमेश्वर दे अगे। पंथ चले तब जगत में, जब तुम करो सहाय। ते अगों परमेश्वर ने फिर किड्डा वड्डा वादा किया, मैं अपना सुत तोहे नवाजा, पंथ परचुर कर बै को साजा, जाए जहाँ ते धर्म बिथारो, दुष्ट दोखिन पकड़ पछारो। पातशाह जी ने अपने बचने विचित्र नाटक विच, अब मैं अपनी कथा बखानो, तप साध जे विद मोहियानो, उत्थे खास करके लिखने कीते, किसी नूं भुलेखा ना पै जावे, कोई मैनू परमेश्वर रब बना के ना बह जावे। मेरे बचनों नूं याद रखो। तो मेरे प्रीतम जी कहंदे, जेड़े वो नेत्र बंद करते हैं ये भी सुन लै, और जिस वेले ये घटना घटी है, उस परमेश्वर ने कृपा की है, उस वेले इन्नी खुशी हुंदी है, खुशी दे विच भी नेत्र बंद हो जाते न। और इस तरह अपने हिरदे दे विच उस परमेश्वर नूं वसाया होया है। ते जेड़ी वो चाहुंदे सीगे कि दुनिया में जिहड़ा भरम पिया होया चंडी दी प्रगट करन दा, सारे पहाड़ीए देवियां पूजदे आ, इस करके उन्हां लोकां ने सिखां दे विच गल प्रचलित करती सी, बई तुसी चंडी प्रगट कर लवो, चंडी की सेवा करया करो, चंडी की पूजा करया करो, तुहाडी रक्षा करेगी। धन गुरु गोबिंद सिंह जी ने कौतक जिहदे उत्ते 2-2.5 लाख की समग्री तो हेमकुंड विच सवाहा सवाहा कह के सवाह कर दी है। को सतनाम। उस वेले 2-2.5 लाख लगे आ समग्री ते। क्यों लाया? क्योंकि साडे विचों भरम कढ़ने सन। जावे गह विपन की रीत, मैं न करो इनकी प्रतीत। तो मेरे प्रीतम जी कहते इस तरह वो परमेश्वर के नाल जुड़े हुए है, तो जब परमेश्वर की याद आती है तो नेत्र बंद हो ही जाते हैं, कोई वड्डी गल नहीं है। और सब तो जेड़ा है ये पवित्र अंग साडा अख है, अखां दे विच उस जोत दा वासा है। वो जोत जिहड़ी गुरु नानक देव जी महाराज की लियांदी हुई गुरु गोबिंद सिंह जी दे विच प्रगट हुई है, वो जोत हुण पंथ दे विच रखनी आ उन्हां ने। फिर ऐसा पंथ साजना
ਜਿਹਦੇ ਅੱਗੇ ਕੋਈ ਟਿਕ ਨਹੀਂ ਸਕੇਗਾ। ਰਹਿਤਵਾਨ ਸਿੱਖ ਸਿੰਘ ਜੋ ਮੇਰੇ ਦੁਸ਼ਟੇ ਨਸ਼ਟੇ ਦ੍ਰਿਸ਼ਟ ਸੁਹੇਰੇ। ਜਿਹੜੇ ਮੇਰੇ ਸਿੱਖ ਰਹਿਤਵਾਨ ਹੋਣਗੇ ਉਹਨਾਂ ਨੂੰ ਦੇਖ ਕੇ ਦੁਸ਼ਟ ਨਸ਼ਟ ਹੋ ਜਾਣਗੇ। ਉਹਨਾਂ ਦੀ ਨਿਗਾਹ ਦੇ ਵਿੱਚ ਹੀ ਇੰਨਾ ਪਾਵਰ ਹੋਵੇਗੀ। ਬਾਣੀ ਦਾ ਬਚਨ ਹੈ, ਦੇਖ ਪ੍ਰਤਾਪ ਜਮ ਡਰਿਓ। ਖਾਲਸੇ ਦਾ ਨਿਹੰਗ ਸਿੰਘ ਦਾ ਬਾਣਾ ਐਸਾ ਪ੍ਰਤਾਪ ਬਣਾ ਦਿੱਤਾ ਹੈ ਕਿ ਜਮਦੂਤ ਵੀ ਵੇਖ ਕੇ ਡਰ ਜਾਣ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਲੰਮੀ ਦਿਵ ਦ੍ਰਿਸ਼ਟੀ ਤੇ ਲੰਬੀ ਸੋਚ ਰੱਖਦੇ ਹੈ। ਉਹ ਤਾਂ ਐਸਾ ਪੰਥ ਸਾਜਣਾ ਚਾਹੁੰਦੇ ਹਨ ਕਿ ਇੱਕ ਇੱਕ ਸਿੱਖ ਜਿਹੜਾ ਹੈ ਲੱਖਾਂ ਤੁਰਕਾਂ ਦਾ ਜ਼ੁਲਮ ਦਾ ਖਾਤਮਾ ਕਰੇਗਾ। ਇਹ ਕਾਰਨ ਦ੍ਰਿਗ ਕਰੇ ਮਿਲਾਵਨ, ਦੇਖ ਦੇਵ ਕੋ ਬਾਸ ਬਸਾਵਨ। ਇਸ ਕਰਕੇ ਉਸ ਅਕਾਲ ਪੁਰਖ ਦੇ ਧਿਆਨ ਵਿੱਚ ਨੇਤਰ ਸਤਿਗੁਰ ਦੇ ਬੰਦ ਹੀ ਰਹਿੰਦੇ ਹਨ। ਇਸ ਵਿਦ ਨੰਦ ਚੰਦ ਬਹੁ ਭਾਤੀ, ਕਰੀ ਅਸ਼ਰਦਾ ਤੇ ਜੁਰਾਤੀ। ਇਉਂ ਕੇਸ਼ੋ ਦਾਸ ਦੀ ਜਿਹੜੀ ਅਸ਼ਰਦਾ ਸੀ ਸਤਿਗੁਰਾਂ ਦੇ ਵਿੱਚ ਉਹ ਖਤਮ ਕੀਤੀ ਹੈ ਤੇ ਇਹਨੂੰ ਲੈ ਕੇ ਆਂਦਾ ਹੈ। ਦੀਨ ਮਨਾਏ ਸੰਗ ਲੈ ਗਮਨਾ, ਜਹਾਂ ਬਿਰਾਜਤ ਸ੍ਰੀ ਗੁਰ ਭਵਨਾ। ਔਰ ਮਨਾ ਮਨੁਕੇ ਕੇਸ਼ੋ ਦਾਸ ਨੂੰ ਉੱਥੇ ਲਿਆਂਦਾ ਜਿੱਥੇ ਸਵਾ ਸਤਿਗੁਰੂ ਬੈਠੇ ਹਨ। ਕਲਗੀ ਕਰ ਬੜੇ ਆਦਰ ਦੀਨਾ, ਨਿਕਟ ਬਿਠਾਏ ਤੋਖ ਬੋਕੀਨਾ। ਸਤਿਗੁਰੂ ਪਾਤਸ਼ਾਹ ਨੇ ਵੇਖਿਆ ਕੇਸ਼ੋ ਦਾਸ ਗੁੱਸੇ ਹੋ ਗਿਆ, ਕਿਉਂਕਿ ਪਾਤਸ਼ਾਹ ਨੇ ਕਹਿਤਾ ਨਾ ਕਿਰਪਾਨ ਨੂੰ ਉਧਰੋਂ ਮੁੱਠੇ ਨੂੰ ਹੱਥ ਪਾ ਲਿਆ ਕਿਰਪਾਨ ਦੇ। ਕਹਿਣ ਲੱਗੇ ਫਿਰ ਤੇਰੀ ਬਲੀ ਦੇ ਦਿੰਨੇ ਆ, ਜੇ ਚੰਡੀ ਪ੍ਰਗਟ ਹੋ ਜੇ ਤਾਂ ਕੰਮ ਹੋ ਜਾਊਗਾ। ਫਿਰ ਭੱਜਿਆ ਜਾਂ ਉੱਥੋਂ ਬਹਾਨਾ ਜਿਹਾ ਬਣਾ ਕੇ ਕਹਿੰਦਾ ਮੈਂ ਫਿਰ ਨਹਾ ਧੋਇਆ ਵਾਂ, ਨਾਲੇ ਬਾਥਰੂਮ ਜਾਇਆ ਵਾਂ। ਫਿਰ ਮੁੜ ਕੇ ਤਾਂ ਗਿਆ ਹੀ ਨਹੀਂ ਉੱਤੇ। ਤਾਂ ਖੈਰ ਸਤਿਗੁਰਾਂ ਨੇ ਹੁਣ ਇਹਨੂੰ ਧੀਰਜ ਦਿੱਤਾ ਹੈ, ਕੋਲ ਬਿਠਾਇਆ ਹੈ। ਨੰਦ ਚੰਦ ਸਭ ਭਰਿਓ ਪ੍ਰਸੰਗਾ, ਬਾਣੀ ਛੰਦ ਸੁਵੈਨ ਸੰਗਾ। ਔਰ ਗੁਰੂ ਪਿਆਰਿਓ ਫਿਰ ਅੱਗੇ ਗੁਰੂ ਸਾਹਿਬ ਜੀ ਦੇ ਨਾਲ ਗੱਲਬਾਤ ਹੋਈ ਆ। ਗੁਰੂ ਸਾਹਿਬ ਪੁੱਛਦੇ ਨੇ ਤੂੰ ਆਇਆ ਕਿਉਂ ਨਹੀਂ? ਕਹਿੰਦਾ ਮਹਾਰਾਜ ਮੈਨੂੰ ਪਹਿਲਾਂ ਕਿਉਂ ਨਹੀਂ ਸੱਦਿਆ ਤੁਸੀਂ? ਲੰਗਰ ਚਲਾਉਣ ਤੋਂ ਪਹਿਲਾਂ ਬ੍ਰਾਹਮਣ ਨੂੰ ਸਾਦੇ ਆ, ਬ੍ਰਾਹਮਣ ਨੂੰ ਛਕਾਉਂਦੇ ਆ, ਫਿਰ ਕਿਸੇ ਨੂੰ ਛਕਾਉਂਦੇ ਆ। ਤੁਸੀਂ ਨਵੀਆਂ ਰੀਤਾਂ ਚਲਾਈ ਜਾਂਦੇ ਹੋ। ਪਾਤਸ਼ਾਹ ਜੀ ਨੇ ਫਿਰ ਆ ਸਵਈਆ ਇਹ ਸ਼ਬਦ ਰਚਿਆ, ਜੋ ਕਿਛ ਲੇਖ ਲਿਖਿਓ ਬਿੰਦਨਾ ਸੋਏ, ਪਇਤ ਮਿਸਰ ਜੋ ਸੋਕ ਨਿਵਾਰੋ। ਪੰਡਿਤ ਜੀ ਗੁੱਸਾ ਛੱਡੋ, ਜੋ ਸਾਡੀ ਪਰਾਲਬਧ ਹੁੰਦੀ ਆ ਉਹੀ ਮਿਲਦੀ ਆ ਅਸਲ ਦੇ ਵਿੱਚ। ਕਹੋ ਸਤਨਾਮ। ਜੋ ਵਿਧਨਾ ਜੋ ਕਛ ਲੇਖ ਲਿਖੋ ਵਿਧਨਾ ਵਿਧਾਤਾ, ਜਿਹੜਾ ਸਾਡੇ ਕਰਮਾਂ ਦੇ ਲੇਖ ਉਹਨੇ ਪਾਏ ਆ ਨਾ ਉਹੀ ਮਿਲਿਆ ਕਰਦਾ। ਮਿਸ਼ਰ ਜੀ ਪੰਡਤ ਜੀ ਗੁੱਸਾ ਛੱਡੋ। ਮੇਰੋ ਕਛੁ ਅਪਰਾਧ ਨਹੀਂ ਕਿਹੋ, ਯਾਦ ਤੇ ਭੁਲਨੈ ਕੋ ਪਛਤਾਰੋ। ਮੇਰੀ ਕੋਈ ਗਲਤੀ ਨਹੀਂ, ਦਿਮਾਗ ਚੋਂ ਨਿਕਲ ਗਈ ਗੱਲ। ਛੱਡਿਆ ਤਾਂ ਜਾਣ ਕੇ ਨਹੀਂ, ਕਿਉਂਕਿ ਕਰਮਕਾਂਡ ਖਤਮ ਕਰਨੇ ਹਨ। ਸਤਿਗੁਰਾਂ ਨੇ 40 ਕੁ ਸਾਲਾਂ ਦੇ ਵਿੱਚ ਇਤਨੇ ਵੱਡੇ ਵੱਡੇ ਕਾਰਜ ਕੀਤੇ ਹਨ। ਖਾਲਸਾ ਪੰਥ ਇੱਕ ਨਿਰਾਲਾ ਪੰਥ ਸਜਾ ਦਿੱਤਾ ਹੈ ਗੁਰੂ ਪਿਆਰਿਓ। ਤਾਂ ਪਾਤਸ਼ਾਹ ਜੀ ਫਿਰ ਉੱਥੇ ਕਹਿੰਦੇ ਹੱਸ ਕੇ ਜੇ, ਕਹਿੰਦੇ ਮੇਰੀ ਕੋਈ ਗਲਤੀ ਨਹੀਂ, ਵੈਸੇ ਦਿਮਾਗ ਚੋਂ ਨਿਕਲ ਗਿਆ, ਹੁਣ ਤੂੰ ਗੁੱਸਾ ਛੱਡ। ਪਾਤਸ਼ਾਹ ਜੀ ਕਹਿੰਦੇ ਫਿਕਰ ਨਾ ਕਰ, ਮੈਂ ਬਾਗੋ ਨਿਹਾਲੀ, ਬਾਗੋ ਕੱਪੜਾ ਪੋਸ਼ਾਕਾ ਬਿਸਤਰਾ ਇਹ ਜੋ ਕੁਝ ਮੈਂ ਤੁਹਾਨੂੰ ਦੇਣਾ ਤੁਹਾਡੇ ਘਰੇ ਪਹੁੰਚਾ ਦਿਆਂਗਾ। ਅੱਜ ਤੋਂ ਕੋਈ 40 ਸਾਲ ਪਹਿਲਾਂ ਦੀ ਗੱਲ ਹੈ, ਸਾਡੀ ਦਾਦੀ ਗੁਜਰੀ ਤੇ ਉਹਨਾਂ ਸਮੇਂ 'ਚ ਵੀ ਪੰਡਤਾਂ ਦੀ ਬੋਲਬਾਲਾ ਬਹੁਤ ਸੀਗਾ। ਤੇ ਪੰਡਤ ਸੱਦ ਲਿਆ ਗਿਆ, ਬੁੱਢਾ ਜਿਹਾ ਵਿਚਾਰਾ ਸੁੱਕਾ ਜਿਹਾ ਆ ਗਿਆ ਤੇ ਜਿਹੜਾ ਮੰਜਾ ਦੇਣਾ ਸੀ ਪੰਡਤ ਨੂੰ, ਉਸ ਮੰਜੇ ਦੇ ਵਿੱਚ ਪਹਿਲਾਂ ਪੰਡਤ ਪੈ ਗਿਆ ਲੰਮਾ, ਅੱਧਾ ਕੁ ਬੁਣਿਆ ਸੀਗਾ। ਤੇ ਚਾਰ ਜਣੇ ਚੱਕ ਕੇ ਉਹਨੂੰ 5-7 ਹੂਟੇ ਦਿੱਤੇ। ਮੈਂ ਤਾਂ ਬੱਚਾ ਸੀ ਉਦੋਂ ਵੇਖੇ ਵੀ ਹੋ ਕੇ, ਪਰ ਮੈਨੂੰ ਯਾਦ ਆ ਪੂਰਾ ਉਹ ਸੀਨ। ਉਹ ਫਿਰ ਪੰਡਤ ਨੂੰ ਹੂਟੇ ਦਿੰਦੇ ਆ, ਕੀ ਕਹਿੰਦੇ ਨੇ ਬਈ ਤੁਹਾਡਾ ਇਹ ਮੰਜੇ ਤੇ ਮਾਨੋ ਤੁਹਾਡਾ ਬੁੜਾ ਹੀ ਪੈ ਗਿਆ, ਤੁਹਾਡੀ ਬੁੜੀ ਜੋ ਮਰ ਗਈ ਉਹ ਪੈ ਗਿਆ। ਕਹੋ ਸਤਿਨਾਮ। ਫਿਰ ਉਹ ਮੰਜਾ ਬਿਸਤਰਾ ਪੰਡਤ ਦੇ ਘਰੇ ਭੇਜ ਦਿੰਦੇ। ਇਹ ਸਭ ਉਹਨਾਂ ਨੇ ਆਪਣਾ ਸਿਸਟਮ ਬਣਾਇਆ ਸੀਗਾ। ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਤੇ ਬੁੱਢਿਆਂ ਤੋਂ ਲੈ ਕੇ ਅਗਲੀਆਂ ਕੁੱਲਾਂ ਤੱਕ ਸਾਡਾ ਜਿਹੜਾ ਰੋਜੀ ਰਿਜ਼ਕ ਇੱਦਾਂ ਹੀ ਚੱਲਦਾ ਰਹੇ, ਸਾਨੂੰ ਡੱਕਾ ਨਾ ਤੋੜਨਾ ਪਵੇ। ਮੇਰੇ ਪ੍ਰੀਤਮ ਜੀ ਕਹਿੰਦੇ ਅੱਜ ਹੀ ਤੇਰੇ ਘਰ ਦੇ ਵਿੱਚ ਮੈਂ ਤੇਰਾ ਸਾਰਾ ਸਮਾਨ ਭੇਜ ਦਿਨਾ, ਤੂੰ ਗੁੱਸਾ ਛੱਡ। ਕਹਿੰਦਾ ਆ ਜਿਹੜੇ ਤੁਸੀਂ ਬਿਠਾਏ ਆ ਸਾਰੇ ਉੱਚੀਆਂ ਨੀਵੀਆਂ ਜਾਤਾਂ ਵਾਲੇ, ਇਹਨਾਂ ਨੂੰ ਪਹਿਲਾਂ ਲੰਗਰ ਛਕਾਤਾ, ਮੈਨੂੰ ਮਗਰੋਂ ਛਕਾਇਆ ਹੈ। ਬਾਬਾ ਜੀ ਕਹਿੰਦੇ ਇਹ ਤੁਸੀਂ ਬਣਾਏ ਨਾ ਉੱਚੇ ਨੀਵੇਂ, ਇਹ ਛਤਰੀ ਵੀ ਤੁਸੀਂ ਬਣਾਏ, ਸ਼ੂਦਰ ਵੀ ਤੁਸੀਂ ਬਣਾਏ, ਇਹ ਸੋਡੀ ਕਿਰਤ ਹੈ। ਮੈਂ ਤਾਂ ਇਹਨਾਂ ਨੂੰ ਇੱਕ ਬਣਾ ਰਿਹਾ। ਕਹੋ ਸਤਨਾਮ। ਇਹ ਸੋਡੀ ਕਿਰਤ ਹੈ, ਘੱਟੋ ਘੱਟ ਤੁਸੀਂ ਆਪਦੇ ਬਣਾਇਆ। ਤੇ ਯਾਰ ਕਿਰਪਾ ਦ੍ਰਿਸ਼ਟੀ ਨਾਲ ਤਾਂ ਵੇਖੋ, ਤੂੰ ਗੁੱਸਾ ਕਿਉਂ ਕਰਦਾ ਹੈ? ਇਹ ਤੁਸੀਂ ਤਾਂ
ਭਾਗਾਂ ਵਿੱਚ ਬੰਦੇ ਨੂੰ ਪਾੜ ਦਿੱਤਾ ਹੈ। शुद्ध जिते इन्हीं के प्रसाद, इन्हीं के प्रसाद सो दान करे। ਕਹਿੰਦਾ ਤੁਸੀਂ ਇਹਨਾਂ ਦੇ ਸ਼ੂਦਰਾਂ ਨੂੰ ਪਹਿਲਾਂ ਬਿਠਾ ਕੇ ਪ੍ਰਸ਼ਾਦਾ ਛਕਾਤਾ, ਸਾਨੂੰ ਪਹਿਲਾਂ ਕਿਉਂ ਨਹੀਂ ਛਕਾਇਆ? ਪਾਤਸ਼ਾਹ ਕਹਿੰਦੇ ਫਿਰ ਲੈ ਸੁਣ ਲਾ ਹੁਣ ਮੇਰੀ ਗੱਲ। ਇਦੋਂ ਪਹਿਲਾਂ 2-3 ਜੰਗਾਂ ਹੋ ਚੁੱਕੀਆਂ ਪਾਤਸ਼ਾਹ ਦੀਆਂ, ਭੰਗਾਣੀ ਦੀ ਜੰਗ, ਨਦਾਉਣ ਦੀ ਜੰਗ ਤੇ ਇੱਕ ਜੰਗ ਹੋਰ ਛੋਟੀ ਜੀ। ਤੋ ਪਾਤਸ਼ਾਹ ਕਹਿੰਦੇ ਸੁਣ ਲੈ ਫਿਰ, ਅੱਜ ਤੱਕ ਜਿੰਨੇ ਯੁੱਧ ਜਿੱਤੇ ਆ ਨਾ, ਮੈਂ ਇਹਨਾਂ ਉੱਚੀਆਂ ਨੀਵੀਆਂ ਜਾਤਾਂ ਵਾਲਿਆਂ ਨਾਲ ਲੈ ਕੇ ਜਿੱਤੇ ਆ। ਜਿਹਨੂੰ ਤੂੰ ਸ਼ੂਦਰ ਕਹਿਣਾ ਹੈ, ਇਹ ਮੇਰੇ ਛਤਰੀ ਹਨ, ਛਤਰੀ। आगे अवतरे इन्हीं के प्रसाद, इन्हीं की कृपा पुण्य धाम परे। ਇੱਥੇ ਪ੍ਰਸਾਦ ਦਾ ਮਤਲਬ ਕਿਰਪਾ। ਇਹਨਾਂ ਦੀ ਕਿਰਪਾ ਨਾਲ ਤਾਂ ਅੱਜ ਮੈਂ ਇੰਨਾ ਦਾਨ ਪੁੰਨ ਕੀਤਾ ਹੈ। ਭਾਵ ਜੋ ਲੰਗਰ ਦੇ ਵਿੱਚ ਰਾਸ਼ਨ ਆਇਆ ਸਾਰੇ ਇਹੀ ਤਾਂ ਲੈ ਕੇ ਆਏ ਨੇ। ਕਹੋ ਸਤਿਨਾਮ। ਭਾਵੇਂ ਗੁਰੂ ਦਾ ਆਪਣਾ ਹੀ ਹੈ, ਪਰ ਗੁਰੂ ਸਿੱਖ ਨੂੰ ਵਡਿਆਈ ਦੇ ਰਿਹਾ ਹੈ। ਸਤਿਗੁਰ ਨੂੰ ਆਪਣੀ ਵਡਿਆਈ ਭਾਮਦੀ ਗੁਰਸਿੱਖਾਂ ਕੀ ਜੈਕਾਰ ਕਰਾਵੇ। ਕਹਿੰਦੇ ਮੈਂ ਦਾਨ ਵੀ ਇਹਨਾਂ ਦੀ ਕਿਰਪਾ ਨਾਲ ਕੀਤਾ ਹੈ ਅੱਜ ਇਹਨਾਂ, ਔਰ ਇਹਨਾਂ ਦੀ ਕਿਰਪਾ ਦੇ ਨਾਲ ਹੀ ਮੇਰੇ ਸਾਰੇ ਦੁੱਖਾਂ ਦਾ ਖਾਤਮਾ ਹੋ ਗਿਆ ਹੈ। ਇਨਹੀ ਕੀ ਕਿਰਪਾ ਫੁਨ ਧਾਮ ਭਰੇ। ਆ ਜਿਹੜਾ ਮੇਰੇ ਘਰਾਂ ਦੇ ਵਿੱਚ ਅੱਜ ਗੁਰੂ ਨਾਨਕ ਦਾ ਲੰਗਰ ਆਲ ਵਰਲਡ ਦੇ ਵਿੱਚ ਕਿਵੇਂ ਚੱਲਿਆ, ਕਰੋਨਾ ਦੇ ਵਿੱਚ ਆਪਾਂ ਦੇਖਿਆ ਕਿਵੇਂ ਚੱਲਿਆ। ਕਹਿੰਦੇ ਇਹ ਸਾਰਾ ਜਿਹੜੇ ਮੇਰੇ ਘਰ ਭਰੇ ਹੋਏ ਆ ਨਾ, ਇਹ ਸਾਰੇ ਇਹਨਾਂ ਦੀ ਕਿਰਪਾ ਹੀ ਆ। इन्हीं की प्रसाद सो विद्या ले, इन्हीं की कृपा सब शत्रु मरे। ਇਹਨਾਂ ਦੀ ਕਿਰਪਾ ਆਪਣੇ ਵੱਲ ਹੱਥ ਕਰਕੇ ਕਹਿੰਦੇ ਪਾਤਸ਼ਾਹ ਇਹਨਾਂ ਦੀ ਕਿਰਪਾ ਦੇ ਨਾਲ ਹੀ ਮੈਂ ਸਾਰੀ ਸ਼ਾਸਤਰ ਵਿਦਿਆ ਤੇ ਹੋਰ ਵਿਦਿਆ ਪ੍ਰਾਪਤ ਕੀਤੀ ਹੈ। ਇਹਨਾਂ ਨੇ ਨਾਲ ਲਾ ਕੇ ਮੇਰੇ ਦੁਸ਼ਮਣਾਂ ਦਾ ਨਾਸ਼ ਕੀਤਾ ਹੈ। ਜਿਵੇਂ ਪਹਾੜੀਆਂ ਨਾਲ ਭੰਗਾਣੀ ਦੀ ਜੰਗ ਵਿੱਚ ਯੁੱਧ ਹੋਇਆ ਤਾਂ ਗੁਰੂ ਪਿਆਰਿਓ ਪਾਤਸ਼ਾਹ ਜੀ ਯਾਦ ਕਰਾਉਂਦੇ ਆ, ਪੰਡਤਾ ਗੱਲ ਸੁਣ ਲਾ, ਤੂੰ ਇਹਨਾਂ ਨੂੰ ਮਾੜੇ ਨਾ ਕਹਿ, ਸਾਰੀ ਕਿਰਪਾ ਹੀ ਇਹਨਾਂ ਦੀ ਹੈ ਮੇਰੇ ਤੇ। इन्हीं की कृपा के सजे हम है, नहीं मोसो गरीब करोड़ परे। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿੱਡੀਆਂ ਵੱਡੀਆਂ ਗੱਲਾਂ ਖਾਲਸੇ ਨੂੰ ਜਾਂ ਸਿੱਖ ਸੰਗਤਾਂ ਨੂੰ ਵਡਿਆਈ ਦਿੰਦੇ ਹੋਏ ਕਹਿੰਦੇ ਆ, ਕਹਿੰਦੇ ਮੇਰੇ ਵਰਗੇ ਕਰੋੜਾਂ ਗਰੀਬ ਹੋਣਗੇ, ਪਰ ਜੇ ਮੈਂ ਅੱਜ ਗੁਰੂ ਗੋਬਿੰਦ ਸਿੰਘ ਕਹਾਉਣਾ ਤਾਂ ਸਾਰਾ ਇਹਨਾਂ ਦੀ ਕਿਰਪਾ ਦੇ ਨਾਲ ਹੀ ਆ। सेव करे इन्हीं की पावत, और की सेव सुहात न जी। ਸੁਣ ਲੈ ਫਿਰ ਅੱਜ ਤੋਂ ਸਿੱਖੋ, ਤੁਸੀਂ ਵੀ ਸੁਣ ਲਓ। ਅੱਜ ਤੋਂ ਬਾਅਦ ਸਿੱਖਾਂ ਦੀ ਸੇਵਾ ਕਰਨੀ ਆ। ਕੋਈ ਬਾਹਮਣ ਨਹੀਂ ਸੱਦ ਕੇ ਪਹਿਲਾਂ ਬਿਠਾਉਣਾਗਾ, ਕਿਸੇ ਬਾਹਮਣ ਨੂੰ ਪਹਿਲਾਂ ਲੰਗਰ ਨਹੀਂ ਛਕਾਉਣਾ। ਆਪੇ ਇਕੱਠਾ ਕਰ ਲਿਆ ਕਰੋ, ਆਪੇ ਬਣਾ ਲਿਆ ਕਰੋ ਤੇ ਅਰਦਾਸਾਂ ਕਰਕੇ ਆਪੇ ਹੀ ਛਕ ਲਿਆ ਕਰੋ। ਸਿੱਖੋ ਮੈਨੂੰ ਸੇਵਾ ਵੀ ਸਿੱਖਾਂ ਦੀ ਕੀਤੀ ਚੰਗੀ ਲੱਗਦੀ ਹੈ। आगे फले ने को देहो, जग में जस और देव सब फीको। ਹੋਰ ਕਿਸੇ ਦੀ ਸੇਵਾ ਮੈਨੂੰ ਚੰਗੀ ਨਹੀਂ ਲੱਗਦੀ। ਸਿੱਖੋ ਸੁਣ ਲਓ, ਅੱਜ ਤੋਂ ਬਾਅਦ ਕਿਸੇ ਬ੍ਰਾਹਮਣ ਨੂੰ ਤੁਸੀਂ ਤਰਜੀਹ ਨਹੀਂ ਦੇਣੀਗੀ। ਹੁਣ ਗੁਰੂ ਨਾਨਕ ਦੇ ਘਰ 'ਚ ਲੰਗਰ ਚੱਲਦਾ ਹੈ ਨਾ, ਵਿੱਚ ਆ ਕੇ ਬਹਿ ਜਾਣ ਬ੍ਰਾਹਮਣ, ਕਿਉਂਕਿ ਗੁਰੂ ਕਾ ਲੰਗਰ ਹੈ, ਜੋ ਮਰਜ਼ੀ ਸ਼ਕਲੇ ਵਿੱਚ ਬੈਠ ਕੇ, ਪਰ ਤਰਜੀਹ ਕੇਵਲ ਤੇ ਕੇਵਲ ਸਿੱਖ ਸੰਗਤ ਨੂੰ, ਗੁਰੂ ਨੂੰ ਦਿੱਤੀ ਜਾਣੀ ਆ। ਕਹੋ ਸਤਿਨਾਮ ਸ੍ਰੀ। ਇਸ ਕਰਕੇ ਗੁਰੂ ਸਾਹਿਬ ਨੇ ਇਹ ਵੀ ਸਾਡੇ ਸਿਰ ਤੇ ਇੱਕ ਜੂਲਾ ਸੀ ਭਾਰਤ ਵਰਸ਼ ਦੇ ਲੋਕਾਂ ਦੇ ਬ੍ਰਾਹਮਣਾਂ ਦਾ ਪਾਇਆ ਹੋਇਆ, ਬਈ ਸਾਨੂੰ ਪਹਿਲਾਂ ਸੱਦੋ, ਪਹਿਲਾਂ ਸਾਨੂੰ ਦਾਨ ਦਰਸ਼ਨਾਂ ਦਿਓ। ਜਿਵੇਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਕੋਲ ਇੱਕ ਸਿੱਖ ਆਇਆ, ਕਹਿੰਦਾ ਮਹਾਰਾਜ ਤੁਸੀਂ ਸਾਡੇ ਬਹੁਤ ਕਾਰਜ ਕੀਤੇ ਨੇ, ਇੱਕ ਕਾਰਜ ਹੋਰ ਕਰ ਦਿਓ। ਕਹਿੰਦੇ ਕੀ? ਕਹਿੰਦਾ ਜੀ ਮੇਰੀ ਬੱਚੀ ਦਾ ਵਿਆਹ ਹੈ ਤੇ ਜਦ ਪੰਡਤ ਨੂੰ ਫੇਰੇ ਕਰਾਉਣ ਲਈ ਬੇਨਤੀ ਕੀਤੀ ਤੇ ਹੁਣ ਤਾਂ ਪੈਸੇ ਬਹੁਤ ਮੰਗ ਲਏ, ਹੁਣ ਮੈਂ ਕਿੱਧਰ ਜਾਵਾਂ? ਇਹ ਵੀ ਤਾਂ ਕਿਰਪਾ ਕਰੋ। ਤੇ ਸਤਿਗੁਰੂ ਅਮਰਦਾਸ ਜੀ ਆਪਣੇ ਸੇਵਕ ਜੇਠਾ ਜੀ ਭਾਵ ਗੁਰੂ ਰਾਮਦਾਸ ਜੀ, ਉਹ ਹਜੇ ਸੇਵਕ ਹੈ, ਕਹਿੰਦੇ ਪੁੱਤ ਜੇਠਿਆ, ਹਾਂ ਮਹਾਰਾਜ ਜਾ ਤੂੰ ਇਹਦੇ ਨਾਲ ਸਿੱਖ ਦੇ ਔਰ ਪੋਥੀ ਬਾਣੀ ਰੱਖ ਕੇ ਨਾ ਉਹਦੀਆਂ 4 ਪ੍ਰਕਰਮਾਂ ਕਰਾ ਦੇ। ਕਹੋ ਸਤਿਨਾਮ, ਵਿਆਹ ਹੋ ਜਾਊਗਾ। ਠੀਕ ਹੈ ਮਹਾਰਾਜ। ਉਸ ਦਿਨ ਰਾਮਦਾਸ ਜੀ ਨੇ ਉਹ ਸਿੱਖ ਦੀ ਲੜਕੀ ਦਾ ਵਿਆਹ ਇਸ ਤਰ੍ਹਾਂ ਕਰਵਾ ਦਿੱਤਾ, ਸ਼ਾਦੀ ਕਰਵਾ ਦਿੱਤੀ। ਉਸ ਤੋਂ ਬਾਅਦ ਰਾਮਦਾਸ ਪਾਤਸ਼ਾਹ ਜੀ ਗੁਰਤਾ ਗੱਦੀ 'ਤੇ ਬੈਠੇ, ਫਿਰ ਉਹਨਾਂ ਨੇ 4 ਲਾਵਾਂ ਵੀ ਰੱਖ ਦਿੱਤੀਆਂ। ਤਾਂ ਉਸ ਤੋਂ ਬਾਅਦ ਸਿੱਖਾਂ ਨੂੰ ਇਹਨਾਂ ਬ੍ਰਾਹਮਣਾਂ ਦੇ ਇਸ ਚੁੰਗਲ ਵਿੱਚੋਂ ਵੀ ਕੱਢ ਦਿੱਤਾ ਵੀ ਹੁਣ ਤੁਹਾਨੂੰ ਫੇਰੇ ਕਰਾਉਣ ਵਾਸਤੇ ਕਿਸੇ ਬ੍ਰਾਹਮਣ ਨੂੰ ਸੱਦਣ ਦੀ ਲੋੜ ਨਹੀਂ। ਸਾਹਾ ਗਣੇ ਨਾ ਕਰੇ ਵਿਚਾਰ, ਨਹੀਂ ਪੁੱਛਣ ਜਾਣਾ ਪੱਤਰੀ ਖਿਲਾ ਕੇ ਪੰਡਤ ਤੋਂ ਕਿਹੜਾ ਦਿਨ ਚੰਗਾ ਤੇ ਕਿਹੜਾ ਮਾੜਾ ਹੈ। ਜਿਹੜਾ ਦਿਨ ਦੋਨਾਂ ਧਿਰਾਂ ਨੂੰ ਚੰਗਾ ਬੈਠਦਾ ਉਹ ਰੱਖ ਲਓ, ਕਿਉਂਕਿ ਹਰ ਵਿਆਹ ਦੇ ਉੱਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ। ਖਾਸ ਕਰਕੇ ਬੱਚੀ ਵਾਲੇ ਪਰਿਵਾਰ 'ਤੇ ਤਾਂ ਪਰਮੇਸ਼ਰ ਦੀ ਕਿਰਪਾ ਸਿੱਧ ਹੋਈ ਹੁੰਦੀ ਆ, ਕਿਉਂਕਿ ਕਾਰਜ ਪਰਮੇਸ਼ਰ ਨੇ ਰਚੇ ਹਨ। ਹਰ ਪਹਿਲੜੀ ਲਾ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਸੰਸਾਰ ਨੂੰ ਬਣਾ ਕੇ ਉਹਨੂੰ ਧੰਦਿਆਂ ਵਿੱਚ ਪਾ ਦਿੱਤਾ ਤੇ ਅਖੀਰ ਤੇ ਚੌਥੀ ਲਾਮ 'ਚ ਕਹਿੰਦੀ ਆ ਵਰ ਪਾਇਆ ਅਬਨਾਸੀ ਜੀਓ। ਇਹ ਲਾਵਾਂ ਦੇ ਵਿੱਚ ਕੇਵਲ ਵਿਆਹ ਨਹੀਂ ਹੁੰਦਾ ਬੱਚੇ ਬੱਚੀ ਦਾ, ਇਹਨਾਂ ਲਾਵਾਂ ਦੇ ਵਿੱਚ ਆਤਮਾ ਤੇ ਪਰਮਾਤਮਾ ਦੇ ਮਿਲਾਪ ਦੀ ਗੱਲ ਵੀ ਹੈ। ਤੋ
ਜਦੋਂ ਲੋੜ ਪੈਂਦੀ ਹੈ ਉਦੋਂ ਕੋਈ ਕਾਢ ਨਿਕਲਦੀ ਹੈ, ਲੋੜ ਕਾਢ ਦੀ ਮਾਂ ਹੈ। ਜਿਵੇਂ ਜਿਵੇਂ ਸਿੱਖ ਪੰਥ ਵਿੱਚ ਲੋੜ ਪਈ ਕਿਸੇ ਨਵੀਂ ਚੀਜ਼ ਨੂੰ ਐਡ ਕਰਨ ਦੀ, ਤਿਵੇਂ ਤਿਵੇਂ ਗੁਰੂ ਜੀ ਕਰਦੇ ਗਏ। ਹੁਣ 10ਵੇਂ ਪਾਤਸ਼ਾਹ ਜੀ ਨੇ ਵੇਖਿਆ ਕਿ ਸਿੱਖ ਸੰਗਤਾਂ ਜਦੋਂ ਆਉਂਦੀਆਂ ਅਨੰਦਪੁਰ ਸਾਹਿਬ ਦਰਸ਼ਨਾਂ ਲਈ, ਤੇ ਰਸਤੇ ਵਿੱਚ ਬਹੁਤ ਸਾਰੇ ਹਿੰਦੂ ਤੇ ਬਹੁਤ ਸਾਰੇ ਮੁਸਲਮਾਨ ਉਹਨਾਂ ਨੂੰ ਮਖੌਲਾਂ ਕਰਦੇ ਸੀਗੇ ਜਦੋਂ ਜਥਿਆਂ ਦੇ ਰੂਪ ਵਿੱਚ ਅਨੰਦਪੁਰ ਮੱਥਾ ਟੇਕਣ ਵਾਸਤੇ, ਮਿਲਣ ਵਾਸਤੇ ਗੁਰੂ ਸਾਹਿਬ ਨੂੰ ਆਉਂਦੇ। ਤੇ ਜਦ ਉਹਨਾਂ ਨੇ ਆ ਕੇ ਦੱਸਣਾ ਜੀ ਰਸਤੇ ਸਾਨੂੰ ਇਦਾਂ ਮਖੌਲ ਕਰਦੇ ਆ, ਕੁਝ ਮੁਸਲਮਾਨ ਟੱਕਰ ਜਾਂਦੇ ਆ, ਤੁਰਕ, ਕੁਝ ਹਿੰਦੂ। ਤੇ ਪਾਤਸ਼ਾਹ ਕਹਿੰਦੇ ਕੋਲੇ ਤਲਵਾਰ ਕਿਉਂ ਨਹੀਂ ਰੱਖਦੇ, ਵਰਸ਼ੇ ਕਿਉਂ ਨਹੀਂ ਰੱਖਦੇਗੇ? ਜਦੋਂ ਕੋਈ ਮਖੌਲ ਕਰਦਾ ਵਿਖਾ ਦਿਓ ਵਿੱਚ ਉਸ ਦੇ, ਜਾਂ ਕਰੋ ਐ ਡਰ ਕੇ ਮੇਰੇ ਕੋਲ ਨਾ ਆਓ, ਸ਼ਸਤਰ ਰੱਖਿਆ ਕਰੋ। ਪਰ ਥੋੜਿਆਂ ਨੇ ਸ਼ਸਤਰ ਰੱਖ ਲਿਆ ਜਿੰਨੇ ਕਾਏ। ਹੁਣ ਗੁਰੂ ਸਾਹਿਬ ਨੇ ਜਿਹੜਾ ਕੌਤਕ ਚੰਡੀ ਦਾ ਕੀਤਾ, ਮੈਂ ਫਿਰ ਕਲੀਅਰ ਕਰਾਂ, ਕਿਸੇ ਦੇਵੀ ਦੀ ਆਰਾਧਨਾ ਨਹੀਂ ਕੀਤੀ। ਆਲ ਸਿੱਖ ਸੰਗਤਾਂ ਨੂੰ ਇੱਕਦਮ ਸ਼ਸਤਰ ਧਾਰੀ ਕਰਨ ਦੀ ਇਹ ਵਿਉਂਤਬੰਦੀ ਹੈ, ਸ਼ੁਰੂਆਤ ਹੈ। ਔਰ ਫਿਰ 99 ਦੀ ਵਿਸਾਖੀ ਦੇ ਉੱਤੇ ਜਾ ਕੇ ਉਹਨਾਂ ਨੇ ਸਾਰਿਆਂ ਨੂੰ ਸ੍ਰੀ ਸਾਹਿਬ ਪਵਾ ਦਿੱਤੇ। ਇਸ ਕਰਕੇ ਗੁਰੂ ਸਾਹਿਬ ਦਾ ਇਹ ਮਕਸਦ ਸੀਗਾ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਕਹਿੰਦੇ ਮੇਰੇ ਘਰ ਵਿੱਚ ਮੇਰੇ ਘਰ ਵਿੱਚ ਮੋਹ ਗ੍ਰਹਿ ਮੇ ਮੈਂ, ਮੇਰਾ ਮਨ, ਮੇਰਾ ਤਨ, ਮੇਰਾ ਧਨ, ਇਹ ਸਾਰਾ ਕੁਝ ਹੀ ਇਹਨਾਂ ਦਾ ਪੰਡਤਾ। ਤੂੰ ਇਹਨਾਂ ਨੂੰ ਮਾੜੇ ਕਿਵੇਂ ਕਹੀ ਜਾਣਾ? ਇਹਨਾਂ ਨੂੰ ਮਾੜੇ ਕਹਿਣ ਦੀ ਲੋੜ ਨਹੀਂ। ਇਹ ਨਹੀਂ ਕੀ ਕਿਰਪਾ ਕਿ ਸਜੇ ਹਮ ਹੈ, ਨਹੀਂ ਮੋਹ ਸੋ ਗਰੀਬ ਕਰੋੜ ਪਰੇ। ਪੰਡਿਤ ਕੇਸ਼ਵ ਦਾਸ ਨੂੰ ਸਿੱਧੇ ਹੋ ਗਏ। ਤਾਂ ਜਦੋਂ ਪਾਤਸ਼ਾਹ ਨੇ ਇੰਨੀ ਗੱਲ ਸਿੱਖਾਂ ਨੂੰ ਸਿੱਧੇ ਹੋ ਕੇ ਕਹਿਤੀ ਵੀ ਅੱਜ ਤੋਂ ਬਾਅਦ ਬਸ ਅਰਦਾਸਾ ਕਰਨਾ ਗੁਰੂ ਸਾਹਿਬ ਦੇ ਅੱਗੇ, ਔਰ ਛਕ ਛਕਾ ਲੈਣੇ ਆਪੇ ਬਣਾ ਲਓ ਤੇ ਆਪੇ ਹੀ ਛਕ ਲਓ। ਕਹੋ ਸਤਿਨਾਮ ਸਿੰਘ। ਕਹਿਣ ਲੱਗੇ ਕੋਈ ਬੀਬੀ ਵਿਚਾਰੀ ਬੇਸਬਾ ਗਈ, ਕੋਈ ਲੰਗਰ ਪਾਣੀ ਛਕਾਉਣਾ ਸੀਗਾ। ਉਹ ਪੰਡਤਾਂ ਦੇ ਕੋਲ ਗਈ ਵੀ ਬਈ ਅਸੀਂ ਦਾਨ ਪੁੰਨ ਕਰਨਾ, ਲੰਗਰ ਪਾਣੀ ਛਕਾਉਣਾ ਹੈ, ਵੀ ਕਿਵੇਂ ਕਰੀਏ? ਉਹ ਕਹਿੰਦੇ ਜੀ 5 ਪੰਡਤ ਸੱਦੋ ਤੇ ਉਹਨਾਂ ਨੂੰ ਸੱਦ ਕੇ ਦਾਨ ਦਕਸ਼ਨਾ ਦਿਓ ਤੇ ਛਕਾ ਦਿਓ। ਕਿਸੇ ਕਾਜੀ ਕੋਲ ਗਈ, ਉਹ ਕਹਿੰਦਾ 5 ਮਲਾਣੇ ਸੱਦ ਲਓ। ਜਿਹਦੇ ਕੋਲੇ ਜਾਂਦੇ ਆ ਸਾਰੇ ਆਪਦੇ ਪੱਖ ਪੂਰਦੇ ਆ। ਤੇ ਉਹ ਬੀਬੀ ਘਰੇ ਆਈ, ਉਹਨੇ ਆਪਦੇ ਵਰਗੇ ਕਈ ਪਰਿਵਾਰ ਸੱਦੇ ਤੇ ਲੰਗਰ ਛਕਾ ਕੇ ਫਤਿਹ ਬੁਲਾ ਦਿੱਤੀ, ਨਮਸਕਾਰ ਕਰ ਦਿੱਤੀ। ਕਹਿਣ ਤੋਂ ਭਾਵ ਹੈ ਗੁਰੂ ਸਾਹਿਬ ਕਿਰਪਾ ਕਰਨ, ਸਤਿਗੁਰੂ ਪਾਤਸ਼ਾਹ ਜੀ ਨੇ ਜੋ ਬ੍ਰਾਹਮਣਾਂ ਨੇ ਇਹ ਗੁਲਾਮੀ ਦਾ ਜੂਲਾ ਭਾਰਤ ਵਰਸ਼ ਦੇ ਆਦੀਵਾਸੀ ਲੋਕ ਜਿਹੜੇ ਜੰਗਲਾਂ 'ਚ ਰਹਿੰਦੇ ਸੀ, ਆਪਾਂ ਆਦੀਵਾਸੀ ਸੀਗੇ, ਇਹ ਆਰੀਅਨ ਲੋਕ ਦੂਜੇ ਦੇਸ਼ਾਂ ਤੋਂ ਆਏ। ਇਹ ਗੋਰੇ ਨਿਸ਼ੋ, ਅਸੀਂ ਕਾਲੇ ਪੱਕੇ ਰੰਗ ਦੇ ਸੀਗੇ, ਸਾਨੂੰ ਇਹਨਾਂ ਨੇ ਸ਼ੂਦਰ ਕਹਿ ਦਿੱਤਾ। ਆਪਣੇ ਆਪ ਨੂੰ ਕਹਿੰਦੇ ਅਸੀਂ ਬ੍ਰਹਮਾ ਦੀ ਉਪਜ ਹਾਂ, ਅਸੀਂ ਬ੍ਰਾਹਮਣ ਹਾਂ, ਸਾਡੀ ਪੂਜਾ ਕਰਿਆ ਕਰੋ। ਤੁਸੀਂ ਛਤਰੀ ਹੋਏ, ਤੁਸੀਂ ਸ਼ੂਦਰ ਹੋਏ। ਜਿਹੜਾ ਕੋਈ ਸਿਆਣਾ ਸੀ ਦਿਮਾਗ ਕਰਕੇ ਮਾੜਾ ਜਿਹਾ ਉਹਨੂੰ ਵਪਾਰੀ ਬਣਾਤਾ, ਵੈਸ਼ ਬਣਾਤਾ, ਆਪ ਤਿੰਨਾਂ ਦੇ ਉੱਤੇ ਹੋ ਗਿਆ। ਤੇ ਗੁਰੂ ਸਾਹਿਬ ਜੀ ਨੇ ਜਦੋਂ ਕਿਹਾ ਅੱਜ ਤੋਂ ਬਾਅਦ ਸਿੱਖਾਂ ਨੇ ਜੋ ਵੀ ਲੰਗਰ ਚਲਾਉਣਾ ਹੈ ਨਾ, ਤੇ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਛਕਾ ਦਿਆ ਕਰੋ। ਚਟ ਪਟਾਏ ਚਿੱਤ ਮੈਂ ਜਰਿਓ ਕੇਸੋ ਦਾ ਸੜ ਗਿਆ, ਦੁਖੀ ਹੋ ਗਿਆ। ਐਲਾਨ ਕਰਤਾ ਨਾ, ਐਲਾਨੀਆ ਐਲਾਨ ਸੁਣ ਕੇ ਦੁਖੀ ਹੋ ਗਿਆ। ਜਰਿਓ ਤ੍ਰਿੰਜਿਓ ਘਾਹ ਵਾਂਗੂ ਸੜ ਗਿਆ, क्रोधित होए, गुस्से च आ गया। और क्यों रोया है? पंडित कहना क्यों रोया है? वो इस करके रोया है कि गुरु साहब जी ने आने वाले समय विच इन्हां नूं बिल्कुल कट दिता है सिख संगतां दे नालों, और इन्हां नूं कह दिता कि अज तो बाद असी इसे तरह ही शिकाया करांगे। तो सतगुरु पातशाह जी ने उस नूं गुरु प्यारिओ दक्षिणा भी 1.25 लाख रुपया दे दी है। और फिर इसने माया आपदे घरे भेजती और कुछ समा इत्थे कटिया। और गुरु प्यारिओ इस तरह धन गुरु गोबिंद सिंह जी महाराज ये बख्शिश करते हैं। पंडित कहना जी इन्नी किरपा तो कर दो, क्योंकि कटता ना पातशाह ने एकदम सारे पासिया तो ਜਾਂਦਾ ਜਾਂਦਾ कहना जी किरपा तो कर दिओ, जिहड़ा तुहाडा पंथ होवेगा ਉਹ ਤੁਰਕਾਂ ਦਾ ਖਾਤਮਾ ਕਰ ਦੇਵੇ, ਜਿੱਤ ਪ੍ਰਾਪਤ ਕਰੇ।
ਤੇ ਵਸਤਾਂ ਸੰਭਾਲ ਲਵੇ ਜੀ। ਆਪਣੀ ਰਾਜ ਕਰੇ ਬਹੁ ਤੇਰਾ, ਤਨ ਮੇ ਜਨਮ ਹੋਏ ਪੁਨ ਮੇਰਾ। ਔਰ ਸਾਡਾ ਤੁਹਾਡੇ ਸਿੱਖਾਂ ਦੇ ਘਰੇ ਅਗਲਾ ਜਨਮ ਹੋ ਜਾਵੇ। ਹੁਣ ਪੰਥ ਵਿੱਚੋਂ ਨਿਕਲਣਾ ਨਹੀਂ ਚਾਹੁੰਦੇਗੇ, ਇਹ ਚਾਹੁੰਦੇ ਆ ਕਿ ਅਸੀਂ ਪੰਥ ਵਿੱਚ ਮਿਲੇ ਰਹੀਏ, ਤੇ ਕੋਸ਼ਿਸ਼ ਕਰਦੇ ਐ। ਜਦੋਂ ਕੋਈ ਗੁਰੂ ਪਿਆਰਿਓ ਆਕੀ ਹੋ ਜਾਂਦਾ ਇਹਨਾਂ ਤੋਂ, ਫਿਰ ਇਹ ਕੀ ਕਰਦੇ ਨੇ, ਉਹਨਾਂ ਦਾ ਹੀ ਰੂਪ ਧਾਰ ਕੇ ਵਿੱਚ ਵੜ ਜਾਂਦੇ ਆ। ਕਹੋ ਸਤਿਨਾਮ ਸੀ। ਕੋਸ਼ਿਸ਼ ਕਰਦੇ ਆ ਇਹ ਲੋਕ, ਫਿਰ ਉਹਨਾਂ ਦਾ ਰੂਪ ਧਾਰਦੇ ਨੇ, ਫਿਰ ਕਹਿੰਦੇ ਹਾਂ ਅਸੀਂ ਵੀ ਤੁਹਾਨੂੰ ਹੀ ਮੰਨਦੇ ਹਾਂ। ਜਿਵੇਂ ਮਹਾਤਮਾ ਬੁੱਧ ਦਾ ਰੌਲਾ ਪਿਆ ਹੈ, ਜਿਹੜੇ ਮਹਾਤਮਾ ਬੁੱਧ ਨੂੰ ਮੰਨਣ ਵਾਲੇ ਹੈ ਉਹ ਕਹਿੰਦੇ ਵੀ ਆਪਾਂ ਅੱਜ ਤੋਂ ਬਾਅਦ ਜਿਹੜਾ ਹਿੰਦੂ ਮਤ ਦੇ ਮੰਦਿਰਾਂ ਦੇ ਵਿੱਚ ਨਹੀਂ ਜਾਣਾ, ਆਪਾਂ ਮਹਾਤਮਾ ਬੁੱਧ ਦੀ ਪੂਜਾ ਕਰਨੀ ਹੈ, ਸਾਡਾ ਉਹੀ ਵਡੇਰਾ ਸੀ, ਵੱਡਾ ਸੀਗਾ। ਤੇ ਫਿਰ ਕੁਝ ਬ੍ਰਾਹਮਣਾਂ ਨੇ ਕੀ ਕੀਤਾ, ਉਹਨਾਂ ਨੇ ਵੀ ਘੋਣ ਮੰਨ ਕਰ ਕਹਿੰਦੇ ਅਸੀਂ ਵੀ ਮਹਾਤਮਾ ਬੁੱਧ ਦੇ ਚੇਲੇ ਆ ਭਾਈ, ਚਲੋ ਚਲੋ ਆਪਾਂ ਬੁੱਧ ਨੂੰ ਮੰਨਾਂਗੇ, ਆਪਾਂ ਨਹੀਂ ਮੰਨਦੇ। ਮਕਸਦ ਹੁੰਦਾ ਹੈ ਕਿ ਇਹਨਾਂ ਦੇ ਵਿੱਚ ਸਿਉਂਕ ਦੀ ਤਰ੍ਹਾਂ ਵੜੇ ਰਹੋ ਔਰ ਇਹਨਾਂ ਨੂੰ ਪਾੜ ਕੇ ਜਿਹੜਾ ਹੈ ਆਪ ਦਾ ਕੰਮ ਕੱਢੀ ਚੱਲੋ। ਤਾਂ ਪੰਡਤ ਕਹਿਣ ਲੱਗਿਆ ਘੱਟੋ ਘੱਟ ਇੰਨੀ ਦਾ ਕਿਰਪਾ ਕਰ ਦਿਓ ਕਿ ਮੈਂ ਤੁਹਾਡੇ ਸਿੱਖਾਂ ਦੇ ਵਿੱਚ ਜਨਮ ਲੈ ਲਵਾਂ। ਕਲ ਕੀ ਤਰ ਪਏ ਪ੍ਰਸੰਨ, ਸਿੰਘ ਬਣਨ ਚਾਹੋ ਤੋ ਧੰਨ। ਚਲੋ ਠੀਕ ਹੈ, ਜੇ ਤੂੰ ਚਾਹਣਾ ਹੈ ਤਾਂ ਤੈਨੂੰ ਸਿੱਖਾਂ ਦੇ ਘਰੇ ਵਰ ਮਿਲ ਜਾਵੇਗਾ। 3 ਵਾਰ ਹੋਏ ਪੰਥ ਮਚਾਰੀ, ਲੈ ਹੋ ਸਿੰਘਨ ਮੈਂ ਸਿਰਦਾਰੀ। ਕਹਿਣ ਲੱਗਿਆ ਕੋਈ ਗੱਲ ਨਹੀਂ, ਤੈਨੂੰ ਸਿੰਘਾਂ ਦੇ ਵਿੱਚ ਵੀ ਜਨਮ ਦੇ ਦੇਵਾਂਗੇ। ਇਹ ਵਰ ਪਾਏ ਹਰਿ ਕੋ ਧਰ ਕੇ, ਬ੍ਰਿਪਕ ਨੇ ਵਰ ਕੋ ਤਜ ਕਰਕੇ। ਇਸ ਤਰ੍ਹਾਂ ਗੁਰੂ ਪਿਆਰਿਓ ਪੰਡਿਤ ਕੇਸ਼ਵ ਦਾਸ ਨੇ ਮਾਇਆ ਕਹਿੰਦੇ ਘਰੇ ਭੇਜ ਦਿੱਤੀ ਹੈ, ਤੇ ਇਹ ਬਚਨ ਲੈ ਕੇ ਸਤਿਗੁਰਾਂ ਤੋਂ ਸਰੀਰ ਤਿਆਗ ਦਿੱਤਾ ਹੈ ਜੀ। ਭਇਓ ਖਾਲਸੇ ਮੇ ਸਰਦਾਰ, ਹਨੇ ਤੁਰਕ ਬੋ ਜੰਗ ਮਜਾਰ। ਚਲੋ ਖੈਰ ਇਹ ਬ੍ਰਾਹਮਣ ਨੇ ਆਪਣੇ ਵੱਲੋਂ ਲਿਖਿਆ ਹੋਇਆ ਹੈ, ਗੁਰੂ ਸਾਹਿਬ ਜਾਣਨ। ਕਹਿਣ ਲੱਗੇ ਇਸ ਤਰ੍ਹਾਂ ਉਸ ਕੇਸ਼ਵ ਦਾਸ ਨੇ ਆਖਰੀ ਸਮੇਂ ਬਚਨ ਕੀਤਾ ਹੈ ਕਿ ਮੈਨੂੰ ਤੁਹਾਡੇ ਸਿੱਖਾਂ ਦੇ ਘਰ ਜਨਮ ਮਿਲ ਜਾਵੇ ਜੀ ਦੋਹਰਾ। ਭੈਰਵ ਸ਼ਬਦ ਤੰਗ ਤੇ ਅਰ ਹੋਵਨ ਪੁਵਚਾਲ। ਇਸ ਤਰ੍ਹਾਂ ਗੁਰੂ ਪਿਆਰਿਓ ਬਹੁਤ ਉਸ ਵੇਲੇ ਉੱਚਾ ਨਾਦ ਉੱਠਿਆ ਸੀ, ਆਵਾਜ਼ ਆਈ ਜਦੋਂ ਅੱਗ ਮੱਚੀ ਸੀ, ਔਰ ਭੁਚਾਲ ਵਰਗੀ ਜਿਹੜੀ ਹੈ ਹਾਲਤ ਬਣ ਗਈ ਸੀ। ਸੈਨਪਤੀ ਸਭਮ ਲਖਿਓ ਬਿਦਤਨ ਕਾਲੀ ਕਾਲ। ਹੁਣ ਪਹਾੜੀਏ ਸੋਚਦੇ ਆ ਸ਼ਾਇਦ ਦੇਵੀ ਪ੍ਰਗਟ ਹੋ ਗਈ, ਪਰ ਪਾਤਸ਼ਾਹ ਨੇ ਸਿੱਖਾਂ ਨੂੰ ਸ਼ਾਸਤਰ ਨਾਲ ਜੋੜਿਆ। ਔਰ ਸੁਨਿਓ ਬਰਲੇ ਗੁਰੇ ਆਏ, ਅਦਭੁਤ ਲਖ ਕਰੋਰ ਬਿਸਮਾਏ। ਫਿਰ ਪਤਾ ਲੱਗਿਆ ਇਹਨਾਂ ਨੇ ਜਦੋਂ ਲਾਟ ਉੱਚੀ ਦੇਖੀ, ਸੋਚਿਆ ਸ਼ਾਇਦ ਦੇਵੀ ਦਾ ਪ੍ਰਕਾਸ਼ ਹੈ ਇਹ, ਤੇ ਇਹ ਫਿਰ ਮਿਲਣ ਵਾਸਤੇ ਗੁਰੂ ਸਾਹਿਬ ਨੂੰ ਆਉਂਦੇ ਹਨ ਪਹਾੜੀਏ। ਭੀਮ ਚੰਦ ਤੇ ਆਦਿਕ ਜੇ, ਦਰਸ਼ਨ ਕਰਬੋ ਚਾਹਤ ਸੇ। ਭੀਮ ਚੰਦ ਵਰਗੇ ਦਾਦੇ ਜਿਹੜੇ ਆ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਕੋਲ ਆਉਂਦੇ ਆ। ਫਿਰ ਇਹਨਾਂ ਦੀਆਂ ਕੀ ਵਿਚਾਰਾਂ ਹੁੰਦੀਆਂ ਗੁਰੂ ਸਾਹਿਬ ਨਾਲ, ਇਹ ਵਿਚਾਰਾਂ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇਉਂ ਸਤਿਗੁਰਾਂ ਨੇ ਇੱਕ ਕੌਤਕ ਕਰਕੇ ਸੰਸਾਰ ਨੂੰ ਇਹਨਾਂ ਕਰਮ ਕਾਂਡਾਂ ਦੀ ਗੁਲਾਮੀ ਚੋਂ ਕੱਢ ਕੇ ਡਾਇਰੈਕਟ ਪਰਮੇਸ਼ਰ ਦੇ ਨਾਲ ਜੋੜਨ ਦੀ ਕਿਰਪਾ ਕੀਤੀ ਆ। ਇਹ ਸੀ ਚੰਡੀ ਦੇ ਪ੍ਰਗਟ ਕਰਨ ਦੀ ਕਥਾ। ਅੱਗੇ ਹੁਣ ਰਾਜਿਆਂ ਨਾਲ, ਭੀਮ ਚੰਦ ਵਰਗਿਆਂ ਨਾਲ ਗੱਲਾਂ ਬਾਤਾਂ ਹੁੰਦੀਆਂ, ਇਹ ਕੀ ਹੁੰਦੀਆਂ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਮੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश। हे पूरन हे सर्व मैं पंचन गुणतास। हे संगी हे निरंकार हे निर्गुण सब टेक। हे गोविंद हे गुण निधान जाके सदा विवेक। हे अपरंपर हर हरे भी हो बणहार। हे संत कै सदा संग आधार। हे ठाकुर हों दास रो निर्गुण गुण नहीं कोई। नानक दीजै नाम दान आए प्रभ शरणागति। नित दयाल। एक अखर हर मन बसत निहाल। एक अंकार सतगुरु प्रसाद सच हुए। वाहिगुरु जी की फतेह है। विनाशन सोए। वाहिगुरु जी की फतेह है। विनाशन सोए। वाहिगुरु जी का खालसा वाहिगुरु जी की फतेह। बहुत बहुत धन्यवाद ਸਰਬ ਸੰਗਤਾਂ ਦਾ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ, ਗੁਰੂ ਸਰਵਣ ਕੀਤਾ ਜੀ। ਰੋਜ਼ਾਨਾ 5:30 ਤੋਂ 6:30 ਤੱਕ ਕਥਾ ਚੱਲਦੀ ਹੈ। ਸਮੇਂ ਸਿਰ ਪਹੁੰਚ ਕੇ ਹਾਜ਼ਰੀਆਂ ਭਰਿਆ ਕਰੋ।